ਪਹਿਲੀ ਸਰਕਾਰ ਨੇ ਇਹਦੇ ਬਾਰੇ ਇੱਕ ਪਲਾਨ ਬਣਾਇਆ ਸੀ, ਉਹ ਸਾਰਾ ਉਹਨਾਂ ਨੇ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ। ਉਹਦੇ ਲਈ ਬਜਟ ਸੀਗਾ। ਫਿਰ ਤੁਹਾਡੀ ਐਨਡੀਪੀ ਗਵਰਨਮੈਂਟ ਆ ਗਈ, ਉਹਨੇ ਇਹਨੂੰ ਰੋਕ ਦਿੱਤਾ। Right now tunnel 'ਚ ਜਾ ਰਹੀ ਹੈ 20% ਘੱਟ। ਸੋ ਅਸੀਂ ਫੋਰਚੂਨੇਟ ਹਾਂ ਵੀ ਰਾਈਟ ਨਾਓ ਰਸ਼ਸ ਹੈਗੇ ਨਹੀਂ, ਬਟ ਸਾਨੂੰ ਪਤਾ ਵੀ ਇਹ ਜ਼ਰੂਰੀ ਆ, ਇਹ ਸਾਡੀ ਪ੍ਰਾਇਰਟੀ ਆ ਤੇ ਅਸੀਂ ਦਿਸ ਫਾਲ ਅਨਾਉਂਸਮੈਂਟ ਕਰਾਂਗੇ ਕਿ ਕਿਹੜਾ ਪ੍ਰੋਜੈਕਟ ਆ, ਸੋ ਦਾ ਪਬਲਿਕ ਨੂੰ ਅਸ਼ੋਰੈਂਸ ਹੋਊਗੀ ਪੈਸੇ ਕਿੱਥੇ ਆ ਤੇ ਟੋਲ ਦੇ ਬਗੈਰ ਅਸੀਂ ਕਿੱਦਾਂ ਪ੍ਰੋਜੈਕਟ ਕਰ ਸਕਦੇ ਹਾਂ। ਰਵੀ ਜੀ ਦੱਸ ਛੱਡਿਆ ਆਪਾਂ ਨੂੰ, ਠੋਕ ਤਾਂ ਆਪਾਂ ਠਾਤਾ ਰਾਈਟ, ਲੋਕਾਂ ਦੇ ਲਈ ਠੋਕ ਤਾਂ ਠਾਤਾ, ਪਰ 23 ਟੈਕਸ ਤਾਂ ਆਪਾਂ ਦੇ ਠੋਕਦੇ, 23 ਟੈਕਸ ਠੋਕਦੇ ਢੋਲ ਠਾਤਾ, ਠੀਕ ਆ। ਹੁਣ $1000 ਤੁਹਾਨੂੰ ਦੇਣਗੇ, ਕਿੰਨੇ ਟੈਕਸ ਹੋਰ ਲਾਉਣਗੇ। ਜਿਹੜੇ ਸਰੀ ਦੇ ਸ਼ਰਾਬੀ ਆ ਉਹਨਾਂ ਨੂੰ ਜੇ ਕਹਿ ਦਿਓ ਵੀ ਸਾਨੂੰ ਰਾਈਟ ਦੇ ਦਿਓ, ਉਹ ਕਹਿੰਦੇ ਤੁਹਾਨੂੰ ਸਕਾਟ ਰੋਡ 'ਤੇ ਛੱਡੇ ਆਉਂਦੇ ਆ, ਡੈਲਟਾ ਦੇ ਵਿੱਚ ਨਹੀਂ ਜਾਣਾ, ਡੈਲਟਾ ਪੁਲਿਸ ਵਾਲਿਆਂ ਨੇ ਸਾਨੂੰ ਫੜ ਕੇ ਚਾਰਜ ਕਰ ਲੈਣਾ। ਅਤੇ ਤੁਹਾਡੀ ਪਾਰਟੀ ਜਿਹੜੀ ਆ ਉਹ RCMP ਸਪੋਰਟ ਕਰ ਰਹੀ ਹੈ, ਜਿਹੜੀ ਕਿ ਸਰੀ ਦੇ ਵਿੱਚ ਹੈਗੀ ਆ। ਤੁਸੀਂ ਵੀ RCMP 'ਚ ਕੰਮ ਕੀਤਾ, ਡੈਲਟਾ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਡੈਲਟਾ ਦੀ ਲੋਕਲ ਪੁਲਿਸ ਆ, ਤੁਸੀਂ ਸਾਨੂੰ ਇਹ ਸਮਝਾਓਗੇ। ਮੇਰਾ ਸਵਾਲ ਇਹ ਆ ਕਿ RCMP ਚੰਗੀ ਆ ਕਿ ਲੋਕਲ ਪੁਲਿਸ ਚੰਗੀ ਹੈ। ਜੇ ਲੋਕਾਂ ਕੋਲ ਪੂਰੇ ਜਵਾਬ ਹੈ ਜੀ ਤੇ ਕਾਸਟ ਕੀ ਆ ਤੇ ਤੁਸੀਂ ਸਰਵਿਸ ਕਿੱਦਾਂ ਦੀ ਲਿਆਉਣੀ ਆ, ਜੋ ਪੂਰੀ ਇਨਫੋਰਮੇਸ਼ਨ ਆ ਜਾਊਗੀ। ਇਹ ਨਹੀਂ ਕਿ ਜਿੱਦਾਂ ਉਹ ਕਹਿੰਦੇ ਨੇ ਹਾਈ ਲੈਵਲ ਰਿਪੋਰਟ, ਰਾਈਟ, ਹਾਈ ਲੈਵਲ ਰਿਪੋਰਟ ਵਿੱਚ ਜੀ ਪਤਾ ਨਹੀਂ ਪਤਾ ਲੱਗਦਾ, ਰਾਈਟ। ਹਾਈ ਲੈਵਲ ਰਿਪੋਰਟ ਤਾਂ ਉਹ ਸੁਫਲਾ ਹੁੰਦਾ, ਰਾਈਟ। ਇਹ ਜਿਹੜੇ ਡੀਟੇਲਸ ਆ ਇਹ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ RCMP ਸਾਰੇ ਆਪਾਂ ਨੂੰ ਜਾਣਦੇ ਆ ਲੋਕੀ, 99% ਲੋਕੀ ਉਹਨਾਂ ਦੀ ਮੋਟਿਵ ਇਹ ਹੁੰਦੀ ਹੈ ਵੀ ਲੋਕਾਂ ਦੀ ਮਦਦ ਕਰਨੀ। ਪੁਲਿਸ ਸਿਸਟਮ ਹੋਣਾ ਚਾਹੀਦਾ, ਉਹਨਾਂ ਦੀ ਡਿਸੀਜਨ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਬਾਅਦ 'ਚ ਇਲੈਕਸ਼ਨ ਟਾਈਮ ਆ ਕੇ ਕਵੇ ਵੀ ਉਹ ਤੁਹਾਡੀ ਜਿਹੜੀ ਆਈਡੀਆਜ਼ ਵਧੀਆ ਨਹੀਂ, ਅਸੀਂ ਤੁਹਾਨੂੰ ਦੱਸਦੇ ਹਾਂ ਵੀ ਬੈਸਟ ਕੀ ਆ। ਆਪਣਾ ਜਿੱਦਾਂ ਮੇਰਾ ਮੁੰਡਾ 18 ਸਾਲਾਂ ਦਾ, ਜੇ ਉਹ ਆਪਣਾ ਡਰਾਈਵ ਕਰਦਾ ਆ, ਉਹਦੇ ਕਿੰਨੇ ਆਪਾਂ ਐਕਸਟਰਾ $100 ਦਿੰਦੇ ਆ ਹਰੇਕ ਸਾਲ 'ਤੇ, ਬਹੁਤ ਜ਼ਿਆਦਾ। ਇੱਕ ਕੁੜੀ ਦੀ ਸਟੋਰੀ ਆਈ ਸੀਗੀ, $3000 ਦੀ ਕਾਰ ਲਈ, $3000 ਉਹਨੂੰ ਇੰਸ਼ੋਰੈਂਸ ਦੇਣਾ ਪਿਆ। ਸੋਰੀ, ਗਲਤ ਆ ਜਿਹੜਾ ਇਹ ਪ੍ਰੋਸੈਸ, ਗਲਤ ਆ। ਜੇ ਸਟ੍ਰਾਟਾ ਇੰਸ਼ੋਰੈਂਸ ਵੀ ਗਲਤ ਹੈ ਜਿੱਦਾਂ ਕਰ ਰਹੇ ਸੀ, ਤੇ ਹੁਣ ਕਹਿੰਦੇ ਵੀ ICBC ਨੂੰ ਉਧਰ ਕਰੋ। ਸੋ ਦੋਨੇ ਸਾਈਡ ਹੀ ਪਲੇ ਕਰ ਸਕਦੇ। ਸਾਨੂੰ ਪਤਾ ਵੀ ਬੈਸਟ ਮਾਡਲ ਮੈਨੀਟੋਬਾ ਦਾ, ਉਸ ਮਾਡਲ ਨੂੰ ਅਸੀਂ ਫੋਲੋ ਕਰਾਂਗੇ। ਨਾਰਥ ਡੈਲਟਾ ਦੀ ਅਸੀਂ ਅਗਲੇ ਹਲਕੇ ਦੀ ਗੱਲ ਇੱਥੇ ਕਰਨ ਜਾ ਰਹੇ ਹਾਂ। ਸੋ ਨੈਕਸਟ ਜਿਹੜੀ ਸਾਡੀ ਰਾਈਡਿੰਗ ਦੀ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ, ਨਾਰਥ ਡੈਲਟਾ ਹੈ ਮਾਫ ਕਰਨਾ। ਰਜਿਸਟਰਡ ਵੋਟਰ ਜਿਹੜੇ ਨੇ ਇੱਥੇ 36,319 ਨੇ, ਟੋਟਲ ਵੋਟਰਸ 23,604 ਨੇ। ਪਰਸੈਂਟੇਜ ਦੀ ਗੱਲ ਕਰੀਏ ਤਾਂ 64,99% ਇੱਥੇ ਰਹੀ ਹੈ 2017 ਚੋਣਾਂ ਦੀ। 2017 ਇਲੈਕਸ਼ਨ ਅਸੀਂ ਨਤੀਜਿਆਂ ਦੀ ਗੱਲ ਕਰੀਏ ਤਾਂ 2017 ਦੀਆਂ ਚੋਣਾਂ ਦੇ ਵਿੱਚ ਇਸ ਹਲਕੇ ਤੇ NDP ਦੇ ਵੱਲੋਂ ਜਿਹੜੇ ਨੇ ਰਵੀ ਕਾਲੋ ਜਿੱਤੇ ਸੀ, ਜਿਨ੍ਹਾਂ ਨੂੰ 11,465 ਵੋਟਾਂ ਪਈਆਂ, ਜਦਕਿ ਲਿਬਰਾ ਦੇ ਵੱਲੋਂ ਸਕਾਟ ਹੈਮਿਲਟਨ ਜਿਹੜੇ ਸੀ ਉਹ ਚੋਣ ਮੈਦਾਨ ਸੀ। ਸੋ 9,319 ਵੋਟਾਂ ਉਹਨਾਂ ਨੂੰ ਪਈਆਂ ਸੀ। ਇਸ ਵਾਰ ਇਸ ਸੀਟ ਦੇ ਉੱਤੇ NDP ਦੇ ਰਵੀ ਕਾਲੋ ਦਾ ਚੋਣ ਮੈਦਾਨ 'ਚ ਨੇ ਤੇ ਖਿਡਾਰੀ ਸ਼ਖਸੀਅਤ ਦੇ ਮਾਲਕ ਨੇ ਮੁਕਾਬਲੇ ਦੇ ਵਿੱਚ ਨੇ RCMP ਦੇ ਜੈਟ ਸੂਨਰ ਜਿਹੜੇ ਨੇ ਉਹ ਪਹਿਲੀ ਵਾਰ ਰਵੀ ਕਾਲੋ ਨੂੰ ਟੱਕਰ ਦੇਣ ਦੇ ਲਈ ਚੋਣ ਮੈਦਾਨ 'ਚ ਉਤਰੇ ਨੇ। ਸੋ ਇਸ ਸੀਟ ਦੇ ਉੱਤੇ ਟੱਕਰ ਇੱਕ ਖਿਡਾਰੀ ਤੇ ਪੁਲਿਸ ਵਾਲੇ ਦੀ ਹੈ। ਕਾਫੀ ਰੋਮਾਂਚਕ ਮੁਕਾਬਲਾ ਕਹਿ ਸਕਦੇ ਹਾਂ ਰਹੇਗਾ ਇੱਥੇ। ਦੋਵੇਂ ਡਿਬੇਟ ਦੇ ਵਿੱਚ ਇਸ ਵੇਲੇ ਸਾਡੇ ਨਾਲ ਮੌਜੂਦ ਵੀ ਨੇ ਪੈਨਲਿਸਟ। NDP ਉਮੀਦਵਾਰ ਰਵੀ ਕਾਲੋ ਨੂੰ ਆਪਣਾ ਸਵਾਲ ਪਹਿਲਾਂ ਪੁੱਛ ਸਕਦੇ ਨੇ। 2 ਮਿੰਟ ਹੋਣਗੇ ਤੁਹਾਡੇ ਕੋਲ ਆਪਣੀ ਗੱਲ ਰੱਖਣ ਦੇ ਲਈ। ਥੈਂਕ ਯੂ ਤੇ ਸਾਰਿਆਂ ਨੂੰ ਬਹੁਤ ਹੀ ਮੈਂ ਕਹਿੰਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਜਿਹੜੇ ਸਾਡੇ ਅੱਜ ਹੋਸਟ ਆ ਚੈਨਲ ਪੰਜਾਬੀ, ਮੈਂ ਉਹਨਾਂ ਨੂੰ ਥੈਂਕ ਯੂ ਕਰਨਾ, ਸਾਨੂੰ ਤੁਸੀਂ ਇਨਵਾਈਟ ਕੀਤਾ, ਜਿਹੜੇ ਪਬਲਿਕ ਨੂੰ ਅਸੀਂ ਆਪਣੇ ਆਈਡੀਆ ਸ਼ੇਅਰ ਕਰ ਸਕਦੇ ਹਾਂ। ਸਾਡੀ ਡਿਬੇਟਾਂ ਜਿਹੜੀ ਦੇਖ ਹਟੀਆਂ ਜਾਂਦੀਆਂ ਐਗਰੈਸਿਵ ਸੀ। ਆਈ ਡੋਂਟ ਥਿੰਕ ਵੀ ਤੁਹਾਨੂੰ ਐਂਟਰਟੇਨਮੈਂਟ ਐਕਟ ਡਿਬੇਟਸ ਮਿਲਣੀ ਹੈ, ਬਟ ਮੈਂ ਬਹੁਤ ਹੀ ਪ੍ਰਾਊਡ ਹਾਂ। ਲਾਸਟ 3.5 years ਮੈਂ MA ਦੇ ਰਿਹਾ ਡਾਕਟਰ ਦਾ। ਤੇ ਸਵਾਲ ਸਰ ਮੈਂ ਸਵਾਲ ਕਰਦਾ। ਅੱਛਾ ਸੌਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਵੀ ਕਾਲੋ ਜੀ, ਤੁਹਾਡੇ ਲਈ ਸਵਾਲ ਹੈ ਮੈਸੀ ਟਨਲ ਬਾਰੇ। ਹਾਂਜੀ। ਪਹਿਲੀ ਸਰਕਾਰ ਨੇ ਇਹਦੇ ਬਾਰੇ ਇੱਕ ਪਲਾਨ ਬਣਾਇਆ ਸੀ, ਉਹ ਸਾਰਾ ਉਹਨਾਂ ਨੇ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ, ਉਹਦੇ ਲਈ ਬਜਟ ਸੀਗਾ। ਫਿਰ ਤੁਹਾਡੀ NDP ਗਵਰਨਮੈਂਟ ਆ ਗਈ, ਉਹਨੇ ਇਹਨੂੰ ਰੋਕ ਦਿੱਤਾ। ਬਹੁਤ ਸਾਰੇ ਹੋਰ ਪ੍ਰੋਜੈਕਟ ਰੋਕੇ, ਇਹ ਵੀ ਰੋਕ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਨਾਲੋਂ ਬੈਟਰ ਮਾਡਲ ਜਿਹੜਾ ਦੇਵਾਂਗੇ। 3 ਸਾਲ ਲੰਘ ਗਏ, ਲੋਕ ਬਹੁਤ ਤੰਗ ਨੇ ਔਰ ਸੱਚਮੁੱਚ ਬਹੁਤ ਤੰਗ ਨੇ। ਇਹਦੇ ਬਾਰੇ ਦੱਸ ਸਕਦੇ ਹੋ ਕਿ ਕੀ ਪਲਾਨ ਆ? ਇਸ ਟਨਲ ਆ, ਬ੍ਰਿਜ ਆ, ਜੋ ਵੀ ਆ,
ਉਹਦੇ ਉੱਤੇ ਲੋਕ ਕਿਹੜੀ ਤਰੀਕ ਨੂੰ ਜਾਂ ਕਿਹੜੇ ਮਹੀਨੇ ਕਿਹੜੇ ਸਾਲ ਨੂੰ ਲੰਘਣਾ ਸ਼ੁਰੂ ਕਰਨਗੇ, ਇਹਦੇ ਬਾਰੇ ਦੱਸੋ। ਵੈਲ ਜਿਹੜਾ BC Liberals ਨੇ ਪਲਾਨ ਬਣਾਇਆ ਸੀ ਮੈਸੀ ਟਨਲ ਕ੍ਰਾਸਿੰਗ ਦਾ, ਇੱਕ ਚੀਜ਼ ਕਲੀਅਰ ਸੀ ਉਹ 'ਚ ਵੀ ਟੋਲ ਹੋਣੇ ਸੀ। ਦੇਖੋ ਜਿੰਨਾ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਬਿਲਡ ਕੀਤੇ ਆ, ਜੇ ਤੁਸੀਂ ਦੇਖੋ ਜਦੋਂ ਵਿਸਲਰ ਨੂੰ ਬਣਾਇਆ ਸੀ ਹਾਈਵੇ, ਕੋਈ ਟੋਲ ਨਹੀਂ ਲਾਇਆ। ਜਦੋਂ ਸਰੀ ਡੈਲਟਾ ਤੇ ਸਰੀ ਪੈਸੇਂਜਰਸ ਕੋਈ ਕ੍ਰਾਸ ਕਰਦਾ ਉੱਤੇ ਟੋਲ ਹੁੰਦੇ ਆ। ਤੁਸੀਂ ਦੇਖਿਆ ਵੀ ਪੋਰਟਮੈਨ ਤੇ ਟੋਲ ਆਇਆ ਸੀ, ਜਿਹੜਾ ਆ ਵੀ ਮੈਸੀ ਕ੍ਰਾਸਿੰਗ ਸੀ ਇੱਥੇ ਵੀ ਟੋਲ ਆਉਣਾ ਸੀ। ਸੋ ਅਸੀਂ ਕਲੀਅਰ ਕਹਿਤਾ ਸੀ ਵੀ ਜੇ ਇਹਨਾਂ ਦਾ ਫੰਡਿੰਗ ਮਾਡਲ ਜਿਹੜਾ ਸੀ, ਕਹਿੰਦੇ ਸੀ ਪੈਸੇ ਹੈਗੇ ਆ ਉਹ ਸਾਰੇ ਟੋਲ ਡਿਪੈਂਡੈਂਟ ਸੀ, ਟੋਲਸ ਤੇ ਅਸੀਂ ਕਿਹਾ ਸੀ ਦੈਟਸ ਨਾਟ ਐਕਸੈਪਟੇਬਲ। ਸੋ ਅਸੀਂ ਪ੍ਰੋਸੈਸ ਸ਼ੁਰੂ ਕੀਤਾ। ਫਿਰ ਜਿੰਨੇ ਮੇਅਰ ਸੀ ਸਾਡੇ ਰੀਜਨ ਵਿੱਚ ਕੋਈ ਨਹੀਂ ਸਪੋਰਟ ਕਰਦਾ ਸੀ, ਇੱਕ ਹੀ ਸੀ ਜਦੋਂ ਡੈਲਟਾ ਦੀ ਪ੍ਰੀਵੀਅਸ ਮੇਅਰ, ਬਾਕੀ ਰਿਚਮੰਡ ਸਾਰੇ ਕਹਿੰਦੇ ਸੀ ਇਹ ਗਲਤ ਤਰੀਕੇ ਨਾਲ ਬਣ ਰਿਹਾ ਤੇ ਇਹ ਸਾਡੀ ਕਮਿਊਨਿਟੀ ਲਈ ਵਧੀਆ ਚੀਜ਼ ਨਹੀਂ ਹੈ। ਸੋ ਅਸੀਂ ਰੀਸੈਟ ਕੀਤਾ ਪ੍ਰੋਸੈਸ, ਅਸੀਂ ਸਾਰੇ ਮੇਅਰਸ ਨਾਲ ਸਲਾਹ ਕੀਤੀ ਹੈ। ਫਾਈਨਲੀ ਅਪ ਟੂ ਨਾਓ ਸਾਰੇ ਮੇਅਰਸ ਐਗਰੀ ਕਰਦੇ ਆ ਵੀ ਕਿਹੜਾ ਪ੍ਰੋਸੀਜਰ, ਕਿੱਦਾਂ ਪ੍ਰੋਸੀਜਰ ਕਰੀਏ, ਕਿਹੜੇ ਫਿਸ਼ੂਜ਼ ਆ। ਤੇ ਮੋਸਟ ਇੰਪੋਰਟੈਂਟਲੀ ਅਸੀਂ ਪਬਲਿਕਲੀ ਕਹਿਤਾ ਸੀ ਆਲਰੇਡੀ ਵੀ ਜਿਹੜਾ ਦਿਸ ਐਂਡ ਆਫ ਦਿਸ ਈਅਰ ਵੀ ਸਾਡੀ ਪਬਲਿਕ ਅਨਾਉਂਸਮੈਂਟ ਹੋਗੀ ਕਿਹੜੀ ਪ੍ਰੋਜੈਕਟ ਹੋਊਗਾ, ਫੰਡਿੰਗ ਕਿੱਥੋਂ ਹੋਊਗਾ, ਤੇ ਆਲਸੋ ਅਸੀਂ ਫੈਡਰਲ ਗਵਰਨਮੈਂਟ ਨਾਲ ਵੀ ਗੱਲ ਕੀਤੀ ਸੀ ਵੀ ਉਹ ਵੀ ਕਮਿਟ ਕਰਨਗੇ ਫੰਡ। ਸੋ ਮੈਂ ਕੌਨਫੀਡੈਂਟ ਹਾਂ ਵੀ ਇਹ ਪ੍ਰੋਜੈਕਟ ਬਿਲਡ ਹੋਊਗਾ। ਮੈਂ ਕੌਨਫੀਡੈਂਟ ਹਾਂ ਬਾਈ ਦੀ ਐਂਡ ਆਫ ਦਿਸ ਈਅਰ ਫੰਡਿੰਗ ਵੀ ਅਨਾਉਂਸ ਹੋ ਜੂਗੀ ਤੇ ਜਿਹੜਾ ਐਗਜ਼ੈਕਟ ਪ੍ਰੋਜੈਕਟ ਉਹ ਵੀ ਅਨਾਉਂਸ ਹੋ ਜੂਗਾ। ਬਟ ਜਿਹੜੀ ਐਡੀਸ਼ਨਲ ਪੀਸ ਇਹ ਆ ਵੀ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਟੋਲਸ ਨਹੀਂ ਪੇ ਕਰਨੇ ਪੈਣੇ, ਜਿਹੜੇ ਲਿਬਰਲਸ ਦਾ ਪਲਾਨ ਆ। ਤੇ ਅਸੀਂ ਸਾਡੀ ਇੱਕ ਫੋਰਚੂਨੇਟ ਚੀਜ਼ ਸਾਡੇ ਲਈ ਇਹ ਹੈ ਰਾਈਟ ਨਾਓ 20% ਲੈਸ ਟ੍ਰੈਫਿਕ ਰਾਈਟ ਨਾਓ ਟਨਲ 'ਚ ਜਾ ਰਹੀ ਹੈ, 20% ਘੱਟ। ਸੋ ਅਸੀਂ ਫੋਰਚੂਨੇਟ ਹਾਂ ਵੀ ਰਾਈਟ ਨਾਓ ਰਸ਼ਸ ਹੈਗੇ ਨਹੀਂ, ਬਟ ਸਾਨੂੰ ਪਤਾ ਵੀ ਇਹ ਜ਼ਰੂਰੀ ਆ, ਇਹ ਸਾਡੀ ਪ੍ਰਾਇਰਟੀ ਆ। ਤੇ ਅਸੀਂ ਦਿਸ ਫਾਲ ਅਨਾਉਂਸਮੈਂਟ ਕਰਾਂਗੇ ਕਿ ਕਿਹੜਾ ਪ੍ਰੋਜੈਕਟ ਆ, ਸੋ ਦਾ ਪਬਲਿਕ ਨੂੰ ਅਸ਼ੋਰੈਂਸ ਹੋਊਗੀ ਪੈਸੇ ਕਿੱਥੇ ਆ ਤੇ ਟੋਲ ਦੇ ਬਗੈਰ ਅਸੀਂ ਕਿੱਦਾਂ ਪ੍ਰੋਜੈਕਟ ਕਰ ਸਕਦੇ ਹਾਂ। ਸੋ ਜੈਟ ਸੋਨਰ ਜੀ, ਤੁਸੀਂ ਪੱਖ ਦੇ ਵਿੱਚ ਕੀ ਕਹਿਣਾ ਚਾਹੋਗੇ, ਕੀ ਜਵਾਬ ਰੱਖਣਾ ਚਾਹੋਗੇ? ਤੁਹਾਡੇ ਕੋਲ 1 ਮਿੰਟ ਦਾ ਸਮਾਂ ਹੈ। ਹਾਂਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਹੁਤ ਥੈਂਕ ਯੂ। ਤੇ ਜੂਰ ਜੀ ਰਵੀ ਨੇ ਦੱਸ ਛੱਡਿਆ ਆਪਾਂ ਨੂੰ, ਠੋਲ ਤਾਂ ਆਪਾਂ ਠਾਤਾ ਰਾਈਟ, ਲੋਕਾਂ ਦੇ ਲਈ ਠੋਲ ਤਾਂ ਠਾਤਾ, ਪਰ 23 ਟੈਕਸ ਤਾਂ ਆਪਾਂ ਦੀ ਠੋਕਦੇ, 23 ਟੈਕਸ ਤੋਂ ਉੱਤੇ ਟੋਲ ਠਾਤਾ, ਠੀਕ ਆ। ਹੁਣ $1000 ਤੁਹਾਨੂੰ ਦੇਣਗੇ, ਕਿੰਨੇ ਟੈਕਸ ਹੋਰ ਲਾਉਣਗੇ ਰਾਈਟ। ਆਪਣੇ ਜਿਹੜੇ ਲੋਕੀ ਹਾਰਡ ਵਰਕ ਕਰਦੇ ਆ, ਇੰਨਾ ਕੰਮ ਔਖਾ ਕਰਦੇ ਆ, ਇੰਨੇ ਹੰਬਲ ਆ, ਉਹਨਾਂ ਦੀ ਮਦਦ ਆਪਾਂ ਨੂੰ ਕਰਨੀ ਪੈਣੀ ਰਾਈਟ। ਜਿਹੜੇ ਵਰਕਰਸ ਆ, ਜਿਹੜੇ 80% ਆਪਣੇ ਜਿਹੜੇ ਲੋਕੀ ਕੰਮ ਕਰਦੇ ਆ ਆਪਣੀ ਸਾਰੀ ਕਮਿਊਨਿਟੀਆਂ 'ਚ, ਉਹਨਾਂ ਦੀ ਮਦਦ ਕਰਨੀ ਪੈਂਦੀ ਆ। ਕਰਕੇ ਫਿਰ ਜਦੋਂ ਆਪਾਂ ਸਿੱਖ ਹੁੰਦੇ ਆ, ਜਦੋਂ ਆਪਾਂ ਸਿਆਣੇ ਹੁੰਦੇ ਆ, ਫਿਰ ਆਪਣੀ ਕੌਣ ਮਦਦ ਕਰੂਗਾ ਜੇ ਆਪਾਂ ਉਹਨਾਂ ਦੀ ਨਹੀਂ ਹੈਲਪ ਕਰਦੇ। ਤਾਂ ਮੈਸੀ ਟਨਲ ਤਾਂ ਆਪਾਂ ਬਣਾਉਣੀ ਆ, we will build it. Alex Fraser, counterflow, we built it, right? 72nd overpass, BC Liberals built it. 91 highway, ਆਪਾਂ ਇਹ ਸਾਰਾ ਕੀਤਾ ਜੀ। ਸੋ ਪੈਨਲਿਸਟ ਹੁਣ ਜੈਟ ਸੋਨਰ ਨੂੰ ਆਪਣਾ ਸਵਾਲ ਜਿਹੜਾ ਉਹ ਕਰ ਸਕਦੇ ਨੇ। ਜੈਟ ਸੋਨਰ ਸਾਹਿਬ, ਤੁਸੀਂ RCMP 'ਚ ਕੰਮ ਕੀਤਾ, ਲੰਮਾ ਸਮਾਂ ਕੰਮ ਕੀਤਾ, ਤੁਸੀਂ ਡੈਲਟਾ 'ਚ ਰਹਿੰਦੇ ਆ, ਉੱਥੋਂ ਹੁਣ ਤੁਸੀਂ ਚੋਣ ਲੜ ਰਹੇ ਆ। ਹਰੇਕ ਬੰਦਾ ਜਾਣਦਾ ਕਿ ਡੈਲਟਾ ਜਿਹੜਾ ਆ ਉਹ ਸਰੀ ਦੇ ਨਾਲੋਂ ਬਹੁਤ ਸੇਫ ਆ। ਜਿਹੜੇ ਸਰੀ ਦੇ ਸ਼ਰਾਬੀ ਆ ਉਹਨਾਂ ਨੂੰ ਜੇ ਕਹਿ ਦਿਓ ਵੀ ਸਾਨੂੰ ਰਾਈਡ ਦੇ ਦਿਓ, ਉਹ ਕਹਿੰਦੇ ਤੁਹਾਨੂੰ ਸਕਾਟ ਰੋਡ 'ਤੇ ਛੱਡੇ ਆਉਂਦੇ ਆ, ਡੈਲਟਾ ਦੇ ਵਿੱਚ ਨਹੀਂ ਜਾਣਾ, ਡੈਲਟਾ ਪੁਲਿਸ ਵਾਲਿਆਂ ਨੇ ਸਾਨੂੰ ਫੜ ਕੇ ਚਾਰਜ ਕਰ ਲੈਣਾ। ਤੇ ਤੁਹਾਡੀ ਪਾਰਟੀ ਜਿਹੜੀ ਆ ਉਹ RCMP ਸਪੋਰਟ ਕਰ ਰਹੀ ਹੈ, ਜਿਹੜੀ ਕਿ ਸਰੀ ਦੇ ਵਿੱਚ ਹੈਗੀ ਆ। ਤੁਸੀਂ ਵੀ RCMP 'ਚ ਕੰਮ ਕੀਤਾ, ਡੈਲਟਾ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਡੈਲਟਾ ਦੀ ਲੋਕਲ ਪੁਲਿਸ ਆ। ਤੁਸੀਂ ਸਾਨੂੰ ਇਹ ਸਮਝਾਓਗੇ? ਮੇਰਾ ਸਵਾਲ ਇਹ ਆ ਕਿ RCMP ਚੰਗੀ ਆ ਕਿ ਲੋਕਲ ਪੁਲਿਸ ਚੰਗੀ ਆ? ਹਾਂਜੀ, ਮੈਂ ਤੁਹਾਨੂੰ ਦੱਸੂਗਾ, ਸੱਚ ਦੱਸੂਗਾ। ਜਿੱਦਾਂ ਆਪਣਾ ਸੁਭਾਅ ਆ, 51 ਈਅਰਸ ਓਲਡ ਹੋ ਗਿਆ, ਹੁਣ ਆਪਾਂ 28 ਸਾਲ ਪੁਲਿਸ ਸਰਵਿਸ ਕੀਤਾ, 17 ਸਾਲ ਆਪਾਂ ਨਿਆਣਿਆਂ ਦਾ ਕੰਮ ਕੀਤਾ ਰਾਈਟ। ਆਪਣੀ ਛੁੱਟੀ ਵਾਲੇ ਦਿਨ ਨੂੰ ਭਈ ਉਹ ਨਿਆਣਿਆਂ ਨੂੰ ਪਤਾ ਲੱਗੇ ਵੀ ਆਪਾਂ ਸਿੰਸੀਅਰ ਬੰਦੇ ਆ ਤੇ ਅਸੀਂ ਉੱਥੇ ਸਾਨੂੰ ਇਹ ਜੌਬ ਹੈਗੀ ਸਾਡੀ ਇੱਥੇ ਆਉਣ ਦੀ। ਮੈਂ RCMP ਸਰੀ 'ਚ ਕੀਤਾ, ਰਿਚਮੰਡ 'ਚ ਕੀਤਾ, ਨਾਰਥ ਵੈਨਕੂਵਰ 'ਚ ਕੰਮ ਕੀਤਾ। ਮੈਂ ਦੂਸਰਿਆਂ ਲੋਕਾਂ ਨਾਲ ਵੀ ਕੰਮ ਕੀਤਾ, ਜਿਹੜੇ ਆਪਣੀ ਡੈਲਟਾ ਪੁਲਿਸ ਆ, ਜਿਹੜੇ ਆਪਣੀ ਵੈਨਕੂਵਰ ਪੁਲਿਸ ਆ, ਆਪਣੀ ਐਬਸਫੋਰਡ ਪੁਲਿਸ ਆ। ਜਿਹੜੇ ਪੁਲਿਸ ਆਫਸਰ ਆ ਇੱਕੋ ਹੀ ਆ, ਸਾਰੇ ਸੇਮ ਆ, ਇਹਨਾਂ ਨੂੰ ਕੋਈ ਫਰਕ ਨਹੀਂ ਆ ਰਾਈਟ। ਇਹ ਨਹੀਂ ਤਾਂ ਕਹਿਣਾ ਵੀ ਅਸੀਂ ਸਰਵਿਸ ਕਰਨੀ ਆ, ਸਾਨੂੰ ਆਪਣੀ ਕਮਿਊਨਿਟੀ ਦਾ ਟਰਸਟ ਅਸੀਂ ਵਿਨ ਕਰਨਾ। ਜੇ ਤੁਸੀਂ ਸਾਨੂੰ ਟਰਸਟ ਕਰਦੇ ਆ, ਅਸੀਂ ਆਪਾਂ ਕੋਈ ਵਧੀਆ ਕੰਮ ਕਰ ਸਕਦੇ ਹਾਂ। ਇਹ ਆਪਾਂ ਨੂੰ ਇਹ ਜਿਹੜਾ ਸਵਾਲ ਆ ਤੁਸੀਂ ਪੁੱਛਿਆ, ਇਹ ਲੋਕਾਂ ਦਾ ਸਵਾਲ ਆ, ਇਹ ਆਪਣਾ ਸਵਾਲ ਹੈਗਾ। ਤਾਂ ਨਾਲੇ ਵਿੱਚ ਜਿਹੜੇ ਆਪਣੇ ਉਹ ਕਾਉਂਸਲਰ ਆ, ਉਹਨਾਂ ਦੇ ਵੀ ਜਿੱਦਾਂ ਆਰਗੂਮੈਂਟ ਹੋ ਸਕਦੀ ਆ। ਇਹ ਆਪਣਾ ਨਹੀਂ ਗਾ, ਆਪਾਂ ਤਾਂ ਇਹੀ ਪੁੱਛਦੇ ਹਾਂ ਵੀ ਤੁਸੀਂ ਲੋਕਾਂ ਨੂੰ ਸਾਰੇ ਜਵਾਬ ਦਿਓ। ਜੇ ਲੋਕਾਂ ਕੋਲ ਪੂਰੇ ਜਵਾਬ ਆ ਜੀ,
ਤੇ ਕਾਸਟ ਕੀ ਆ ਤੇ ਤੁਸੀਂ ਸਰਵਿਸ ਕਿੱਦਾਂ ਦੀ ਲਿਆਉਣੀ ਆ ਜੋ ਪੂਰੀ ਇਨਫੋਰਮੇਸ਼ਨ ਆ ਜਾਊਗੀ ਇਹ ਨਹੀਂ ਵੀ ਜਿੱਦਾਂ ਉਹ ਕਹਿੰਦੇ ਨੇ ਹਾਈ ਲੈਵਲ ਰਿਪੋਰਟ ਰਾਈਟ ਹਾਈ ਲੈਵਲ ਰਿਪੋਰਟ ਵਿੱਚ ਬੜਾ ਨਹੀਂ ਪਤਾ ਲੱਗਦਾ ਰਾਈਟ ਹਾਈ ਲੈਵਲ ਰਿਪੋਰਟ ਤਾਂ ਉਹ ਸੁਫਲਾ ਹੁੰਦਾ ਰਾਈਟ ਇਹ ਜਿਹੜੇ ਡੀਟੇਲਸ ਆ ਇਹ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ RCMP ਸਾਰੇ ਆਪਾਂ ਨੂੰ ਜਾਣਦੇ ਆ ਲੋਕੀ 99% ਤੋਂ ਜਿਹੜਾ ਲੋਕੀ ਉਹਨਾਂ ਦੀ ਮੋਟਿਵ ਇਹ ਹੁੰਦੀ ਹੈ ਵੀ ਲੋਕਾਂ ਦੀ ਮਦਦ ਕਰਨੀ ਜੀ ਰਵੀ ਕਾਲੂ ਜੀ ਤੁਸੀਂ ਇਸ ਤੇ ਆਪਣਾ ਜਵਾਬ ਜਿਹੜਾ 1 ਮਿੰਟ ਲਈ ਰੱਖ ਸਕਦੇ ਹੋ ਮੈਂ ਬਸ ਜਦ ਤੁਸੀਂ ਆਨਸਰ ਨਹੀਂ ਕੀਤਾ ਕੁਐਸਚਨ ਕਲੀਅਰ ਸੀ ਡਾਟਾ ਵਿੱਚ ਅਸੀਂ ਬਹੁਤ ਹੀ ਪ੍ਰਾਊਡ ਹਾਂ ਸਾਡੀ ਪੁਲਿਸ ਫੋਰਸ ਜਿਹੜੀ ਮੈਂ ਕਹਿੰਦਾ ਵਨ ਆਫ ਦ ਬੈਸਟ ਆ ਕਮਿਊਨਿਟੀ ਪੁਲਿਸਿੰਗ ਮਾਡਲ ਸਾਡੇ ਲਈ ਕਮਿਊਨਿਟੀ ਵਿੱਚ ਬਹੁਤ ਵਧੀਆ ਚੀਜ਼ ਹੈ ਸਾਡੇ ਜਿਹੜੇ ਜਿੰਨੇ ਰੈਜ਼ੀਡੈਂਟਸ ਆ ਬਹੁਤ ਹੀ ਪ੍ਰਾਊਡ ਆ ਤੇ ਆਈ ਥਿੰਕ ਮੋਸਟ ਇੰਪੋਰਟੈਂਟ ਚੀਜ਼ ਸਾਡੀ ਇਹ ਹੈ ਵੀ ਅਸੀਂ ਡਿਸਾਈਡ ਕੀਤਾ ਸਾਡੀ ਕਮਿਊਨਿਟੀ ਵਿੱਚ ਸਾਡੇ ਮੇਅਰ ਨੇ ਡਿਸਾਈਡ ਕੀਤਾ ਸਾਡੇ ਕਾਉਂਸਲ ਨੇ ਡਿਸਾਈਡ ਕੀਤਾ ਵੀ ਅਸੀਂ ਇਹ ਤਰੀਕੇ ਨੂੰ ਜਾਣਾ ਚਾਹੁੰਦੇ ਹਾਂ ਇਹ ਨਹੀਂ ਵੀ ਪ੍ਰੋਵਿੰਸ਼ੀਅਲ ਨੇ ਕਿਹਾ ਵੀ ਉਹ ਤੁਹਾਨੂੰ ਨਹੀਂ ਪਤਾ ਅਸੀਂ ਦੱਸਦੇ ਤੁਹਾਨੂੰ ਅਸੀਂ ਡਿਸਾਈਡ ਕਰਾਂਗੇ ਤੁਹਾਡੇ ਲਈ ਨੋ ਸਾਡੀ ਡਿਸੀਜਨ ਸੀ ਲੋਕਲੀ ਅਸੀਂ ਬਹੁਤ ਪ੍ਰਾਊਡ ਹਾਂ ਵੀ ਅਸੀਂ ਕਮਿਊਨਿਟੀ ਵਾਂਗ ਅਸੀਂ ਡਿਸੀਜਨ ਮੇਕ ਕੀਤੀ ਆ ਸੋ ਜਿਹੜਾ ਹੁਣ ਸਰੀ ਦੀ ਡਿਸੀਜਨ ਆ ਇਹਨਾਂ ਦੀ ਡਿਸੀਜਨ ਆ ਮੈਂ ਇੰਟਰਫੀਅਰ ਨਹੀਂ ਕਰਦਾ ਪਰ ਅਸੀਂ ਪ੍ਰਾਊਡ ਹਾਂ ਜਿਹੜੀ ਸਾਡੀ ਪੁਲਿਸ ਆ ਤੇ ਸਾਡੀ ਕਮਿਊਨਿਟੀ ਨੇ ਡਿਸਾਈਡ ਕੀਤਾ ਵੀ ਅਸੀਂ ਜਾਣਾ ਚਾਹੁੰਦੇ ਹਾਂ ਜੀ ਰਵੀ ਕਾਲੂ ਜੀ ਹੈ ਸਮਾਂ ਤੁਹਾਡੇ ਕੋਲ ਅਜੇ ਗੱਲ ਕਰਨ ਦਾ ਹਾਂਜੀ ਤੁਹਾਡੇ ਕੋਲ ਹੈ ਸਮਾਂ ਅੱਛਾ ਸੌਰੀ ਗ੍ਰੇਨ ਹੋ ਗਈ ਬਾਤ ਪਰ ਇਹ ਅਸੀਂ ਪ੍ਰਾਊਡ ਹਾਂ ਡਾਟਾ ਵਿੱਚ ਤੇ ਜਦੋਂ ਵੀ ਕੋਈ ਸਿਟੀ ਡਿਸਾਈਡ ਕਰਦੇ ਆਪਣੇ ਓਨ ਗਵਰਨੈਂਸ ਤੇ ਆਪਣਾ ਓਨ ਤਰੀਕੇ ਨਾਲ ਗਵਰਨੈਂਸ ਪੁਲਿਸ ਸਿਸਟਮ ਹੋਣਾ ਚਾਹੀਦਾ ਉਹਨਾਂ ਦੀ ਡਿਸੀਜਨ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਬਾਅਦ 'ਚ ਇਲੈਕਸ਼ਨ ਟਾਈਮ ਆ ਕੇ ਕਵੇ ਵੀ ਉਹ ਤੁਹਾਡੀ ਜਿਹੜੀ ਆਈਡੀਆਜ਼ ਵਧੀਆ ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਬੈਸਟ ਕੀ ਆ ਆਈ ਥਿੰਕ ਇਹ ਗਲਤ ਤਰੀਕਾ ਹੈ ਜੀ ਸੋ ਪੈਨਲਿਸਟ ਆਪਣਾ ਅਗਲਾ ਸਵਾਲ ਜਿਹੜਾ ਉਹ ਰਵੀ ਕਾਲੂ ਨੂੰ ਕਰ ਸਕਦੇ ਨੇ ਰਵੀ ਜੀ ਤੁਸੀਂ ਫੋਰੈਸਟ ਇੰਡਸਟਰੀ ਦੇ ਨਾਲ ਤੁਹਾਡਾ ਪੋਰਟਫੋਲੀਓ ਜੁੜਿਆ ਸੀਗਾ ਤੁਸੀਂ ਪਾਰਲੀਮੈਂਟ ਸੈਕਟਰੀ ਸੀਗੇ ਅਤੇ ਸਾਡੀ ਕਮਿਊਨਿਟੀ ਜਿਹੜੀ ਆ ਉਹ ਜੰਮੀ ਹੀ ਫੋਰੈਸਟ ਇੰਡਸਟਰੀ ਦੇ ਵਿੱਚੋਂ ਆ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਇਹ ਸਾਡੇ ਬਜ਼ੁਰਗ ਜਿਹੜੇ ਮਿੱਲਾਂ 'ਚ ਕੰਮ ਕਰਕੇ ਇੱਥੇ ਤੱਕ ਸਾਨੂੰ ਲੈ ਕੇ ਆਏ ਆ ਪਰ ਹੁਣ ਹਾਲ ਇਹ ਹੋ ਗਿਆ ਕਿ ਜਿਹੜਾ ਟਰੀ ਪਲਾਂਟਰ ਆ ਉਹ ਵੀ ਰੋ ਰਿਹਾ ਜਿਹੜਾ ਲੌਗਰ ਹੈਗਾ ਉਹ ਵੀ ਰੋ ਰਿਹਾ ਜਿਹੜਾ ਲੌਗਰ ਟਰੱਕਰ ਆ ਉਹ ਕਹਿੰਦਾ ਮੈਂ ਵੀ ਭੁੱਖਾ ਮਰ ਰਿਹਾ ਜਿਹੜਾ ਮਿੱਲ ਵਰਕਰ ਹੈਗਾ ਆ ਉਹ ਵੀ ਜਿਹੜਾ ਆ ਦੁਖੀ ਆ ਮਿੱਲਾਂ ਜਿਹੜੀਆਂ ਉਹ ਬੰਦ ਹੋ ਗਈਆਂ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ ਉਹਦੇ ਨਾਲ ਕੀ ਹੋਇਆ ਕਿ ਲੰਬਰ ਦੀ ਪ੍ਰਾਈਸ ਇੱਕ ਪਾਸੇ ਬੰਦੇ ਬੇਰੁਜ਼ਗਾਰ ਹੋ ਗਏ ਇਨਕਮ ਘਟ ਗਈ ਮੂਵ ਹੋਣ ਲਈ ਮਜਬੂਰ ਹੋ ਗਏ ਦੂਜੇ ਪਾਸੇ ਕੀ ਹੋਇਆ ਕਿ ਲੰਬਰ ਦੀ ਪ੍ਰਾਈਸ ਅੱਪ ਚੱਲ ਗਈ ਪਿੱਛੋਂ ਲੰਬਰ ਘੱਟ ਆਉਣ ਨਾਲ ਇਸ ਮਹੀਨੇ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਤਕਰੀਬਨ ਦੁੱਗਣੀ ਪ੍ਰਾਈਸ ਹੋ ਗਈ ਲੰਬਰ ਦੀ ਜਿਹੜੇ ਬੰਦੇ ਘਰ ਬਣਾਉਂਦੇ ਆ ਜਾਂ ਕੰਸਟਰਕਸ਼ਨ ਕਰਦੇ ਆ ਉਹਨਾਂ ਨੂੰ ਪਤਾ ਇਸ ਗੱਲ ਦਾ ਇੱਕ ਪਾਸੇ ਆਪਾਂ ਗੱਲਾਂ ਹਾਊਸਿੰਗ ਅਫੋਰਡੇਬਿਲਟੀ ਦੀਆਂ ਕਰ ਰਹੇ ਹਾਂ ਜਦੋਂ ਸਾਡੇ ਕੋਲ ਪਿੱਛੋਂ ਲੰਬਰ ਨਹੀਂ ਆਊਗੀ ਅਸੀਂ ਉਹਨਾਂ ਨੂੰ ਪ੍ਰੋਡਕਟ ਨਹੀਂ ਦੇ ਸਕਾਂਗੇ ਕੀਮਤਾਂ ਉੱਪਰ ਚਲ ਗਈਆਂ ਤੇ ਹਾਊਸਿੰਗ ਅਫੋਰਡੇਬਿਲਟੀ ਕਾਹਦੇ ਨਾਲ ਆਊਗੀ ਜੀ ਦੇਖੋ ਜਿਹੜੀ ਫੋਰੈਸਟ ਇੰਡਸਟਰੀ ਦੇ ਸਾਡੇ ਚੈਲੰਜਸ ਆ ਇਹ ਸਿੰਪਲ ਆਨਸਰ ਨਹੀਂ ਆ ਬਿਕਾਜ਼ ਜਿਹੜੀਆਂ ਪ੍ਰਾਈਸਿਸ ਆ ਜਿਹੜੀ ਅਸੀਂ ਲੰਬਰ ਦੀ ਪ੍ਰਾਈਸ ਕਰਦੇ ਹਾਂ ਉਹ ਗਵਰਨਮੈਂਟ ਨਹੀਂ ਸੈੱਟ ਕਰਦੇ ਅਸੀਂ ਮਾਰਕੀਟ ਬੇਸ ਸਿਸਟਮ ਬਣਾਇਆ ਐਕਚੁਅਲੀ ਅਸੀਂ ਨਹੀਂ BC ਲਿਬਰਲ ਗਵਰਨਮੈਂਟ ਨੇ ਬਣਾਇਆ ਸੀ ਸਿਸਟਮ ਵੀ ਜਦੋਂ ਕੰਪਨੀਆਂ ਬਿਡ ਕਰਦੀਆਂ ਲੰਬਰ ਲਈ ਉਸ ਮਾਰਕੀਟ ਨਾਲ ਉਹ ਫਿਰ ਡਿਸਾਈਡ ਕਰਦੇ ਵੀ ਲੰਬਰ ਦੀ ਪ੍ਰਾਈਸ ਕਿੰਨੀ ਹੁੰਦੀ ਹੈ ਸੋ ਇਹ ਨਹੀਂ ਵੀ ਗਵਰਨਮੈਂਟ ਡਿਸਾਈਡ ਕਰਦੀ ਵੀ ਕੱਲ੍ਹ ਨੂੰ ਪ੍ਰਾਈਸ ਇੰਨੀ ਕਰ ਦੇਣੀ ਹੈ ਕੱਲ੍ਹ ਪਰਸੋਂ ਨੂੰ ਇੱਦਾਂ ਕਰ ਦੇਣੀ ਹੈ ਇੱਦਾਂ ਨਹੀਂ ਹੈ ਸਾਡਾ ਮਾਰਕੀਟ ਤੇ USA ਮਾਰਕੀਟ ਦਾ ਇੱਕ ਸਿਸਟਮ 'ਤੇ ਚੱਲਦਾ ਪ੍ਰਾਈਸਿਸ ਅਪ ਐਂਡ ਡਾਊਨ ਜਾਂਦੀਆਂ ਰਾਈਟ ਨਾਓ USA ਮਾਰਕੀਟ ਬਹੁਤ ਹਾਰਡ ਹੋ ਗਿਆ ਤੇ ਜਿਹੜਾ ਲੰਬਰ ਉਹਨਾਂ ਦਾ ਡਿਮਾਂਡ ਆ ਉਹਦੇ ਨਾਲ ਸਾਡੀ ਪ੍ਰਾਈਸਿਸ ਅਪ ਹੋਣ ਦੀ ਆ ਸੋ ਸਾਡੇ 'ਤੇ ਵੀ ਇਫੈਕਟ ਹੋ ਰਿਹਾ ਬਟ ਰਾਈਟ ਨਾਓ ਜਿਹੜੀ ਮਿਲਾਂ ਸਾਰੀਆਂ ਫੁੱਲ ਸਪੀਡ 'ਤੇ ਚੱਲ ਰਹੀਆਂ 2 ਸ਼ਿਫਟ ਸਮਥਿੰਗ 3 ਸ਼ਿਫਟ ਚੱਲ ਰਹੀਆਂ ਜਿਹੜੇ ਟਰੱਕਰਸ ਆ ਲੌਗਰਸ ਆ ਉਹ ਵੀ ਸਾਰੇ ਬਿਜ਼ੀ ਆ ਸੋ ਸਾਡਾ ਰਾਈਟ ਨਾਓ ਫੋਰੈਸਟ ਇੰਡਸਟਰੀ ਦਾ ਹਾਲ ਬਹੁਤ ਵਧੀਆ ਹੈ ਪੀਪਲ ਵਧੀਆ ਜੌਬਾਂ ਵੀ ਬਹੁਤ ਹਾਇਰ ਕਰ ਰਹੇ ਆ ਪਰ ਆਲਸੋ ਜਦੋਂ ਪ੍ਰਾਈਸਿਸ ਅਪ ਹੋ ਜਾਂਦੀਆਂ ਸਾਡੀ ਕੰਸਟਰਕਸ਼ਨ ਸੈਕਟਰ ਨੂੰ ਇਫੈਕਟ ਹੋ ਜਾਂਦਾ ਸੋ ਇਹ ਅਸੀਂ ਮਾਰਕੀਟ ਫੋਰਸਿਸ ਕਹਿੰਦੇ ਹਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ ਗਵਰਨਮੈਂਟ ਜੇ ਅਸੀਂ ਚੇਂਜ ਕੀਤਾ ਬਹੁਤ ਹੀ ਵੱਡੇ ਰੀਪਰਕਸ਼ਨ ਹੋ ਸਕਦੇ ਆ ਸਾਨੂੰ ਪਤਾ ਵੀ USA ਨੇ ਆਲਰੇਡੀ ਟੈਰਿਫ ਲਾਇਆ ਸਾਡੇ 'ਤੇ ਬਹੁਤ ਵੱਡਾ ਟੈਰਿਫ ਲਾਇਆ ਇਲੀਗਲ ਮੇਰੇ ਓਪੀਨੀਅਨ ਵਿੱਚ ਤੇ ਜੇ ਉਹਨਾਂ ਨੇ ਦੇਖਿਆ ਵੀ ਅਸੀਂ ਸਬਸਿਡਾਈਜ਼ ਕਰਾਂਗੇ ਸਿਸਟਮ ਨੂੰ ਉਹਨਾਂ ਨੇ ਜ਼ਿਆਦਾ ਟੈਰਿਫ ਲਾ ਦੇਣੇ ਆ ਤੇ ਉਹ ਕੋਰਟ ਕੇਸ ਵੀ ਜਿੱਤ ਸਕਦੇ ਆ ਸੋ ਅਸੀਂ ਪਰਪਸਲੀ ਉਸ ਥਿੰਗਸ ਇਨਵੋਲਵ ਨਹੀਂ ਹੋ ਸਕਦੇ ਈਵਨ BC ਲਿਬਰਲ ਗਵਰਨਮੈਂਟ ਵੀ ਕਹਿ ਰਿਹਾ ਵੀ ਤੁਸੀਂ ਨਾ ਇਨਵੋਲਵ ਹੋ ਬਿਕਾਜ਼ ਜੇ ਅਸੀਂ ਉਹ ਸਿਸਟਮ ਨੂੰ ਖਰਾਬ ਕਰਤਾ ਫਿਰ ਸਾਰਾ ਜਿਹੜਾ ਕੋਰਟ ਕੇਸ ਜਿਹੜੇ ਇੰਟਰਨੈਸ਼ਨਲ ਵਿੱਚ ਆ ਸਾਰੇ ਫਾਲ ਅਪਾਰਟ ਹੋ ਜਾਣਗੇ ਜੀ ਜੈਕਸਨ ਜੀ ਕੀ ਕਹਿਣਾ ਚਾਹੋਗੇ ਹਾਂਜੀ ਰਵੀ ਕਹਿੰਦਾ ਬਹੁਤ ਵਧੀਆ ਹੈ ਜੀ ਕੋਈ ਗੱਲ ਨਹੀਂ 10 ਮਿਲਾਂ ਬੰਦ ਹੋ ਗਈਆਂ ਜੀ 10 ਮਿਲਾਂ ਬੰਦ ਹੋ ਗਈਆਂ 11,000 ਅਨਐਮਪਲੋਇਮੈਂਟ ਹੋ ਗਈ ਮਿਲਾਂ ਵਿੱਚ ਰਵੀ ਕਹਿੰਦਾ ਠੀਕ ਆ ਬਹੁਤ ਵਧੀਆ ਜੀ ਬਹੁਤ ਨਹੀਂ ਵਧੀਆ ਰਵੀ ਇਹ ਬਹੁਤ ਕੰਮ ਖਰਾਬ ਹੈ ਆਪਣੇ ਲੋਕਾਂ ਲਈ ਇਹ ਤੇਰੀ ਪਾਰਟੀ ਗਲਤ ਆ ਯਾਰ ਤੂੰ ਬੰਦਾ ਠੀਕ ਹੋਊਗਾ ਪਰ ਇਹ ਪਾਰਟੀ ਗਲਤ ਆ ਰਾਈਟ ਆਪਾਂ ਨੂੰ ਸੋਚਣਾ ਪੈਣਾ ਇਹ ਕੁਛ ਕਰਨਾ ਪੈਣਾ ਆਪਣੇ ਨਿਆਣਿਆਂ ਲਈ ਆਪਣੇ ਜਿਹੜੇ ਦੇਖ ਲਓ ਹੁਣ ਆਪਾਂ PST ਵੀ ਲੋਕਾਂ ਨੂੰ ਹੈਲਪ ਕਰਨੀ ਆ ਰਾਈਟ ਜਿਹੜੇ ਆਪਣੇ ਤੁਸੀਂ ਘਰ ਨਵਾਂ ਬਣਾਉਣੇ ਆ $90,000 ਤੁਸੀਂ ਸੇਵ ਕਰੋਗੇ ਪਹਿਲੇ ਸਾਲ 'ਚ
ਰਾਈਟ। ਤੁਸੀਂ 90,000 ਸੇਵ ਕਰੋਗੇ, ਤੁਸੀਂ ਨਾਲੇ ਜਿਹੜੇ ਆਪਣੀ ਸਾਰੇ ਪ੍ਰੋਡਕਟ ਕਿੰਨੇ ਪ੍ਰੋਡਕਟ ਆਪਾਂ ਜਿਹੜੇ PST ਲਾਉਂਦੇ ਆ ਉਹਦੀ ਤੁਹਾਨੂੰ ਸੇਵਿੰਗ ਹੋਊਗੀ। ਇਹਦੀ ਜਵਾਬ ਦੇਣਾ ਕਹਿਣਾ ਵੀ ਗਰੋਸਰੀ ਦਾ ਹੀ ਫਰਕ ਹੋਣਾ, ਗਰੋਸਰੀ ਦਾ ਵੀ ਫਰਕ ਹੋਊਗਾ ਕਿਉਂਕਿ ਜਿਹੜੀ ਜ਼ਿਆਦਾ ਚੀਜ਼ਾਂ ਜਿਹੜੀਆਂ ਗਰੋਸਰੀ ਦੀਆਂ ਬਣਦੀਆਂ ਉਹ ਵੀ PST ਲੱਗਦੀਆਂ, ਰਾਈਟ। ਉਹ ਸਾਰੇ ਜਿਹੜੇ ਫੈਕਟ ਆ ਉਹ ਆਪਾਂ ਝੂਠ ਨਹੀਂ ਬੋਲ ਸਕਦੇ। ਮਿਲਾਂ 'ਚ ਜੌਬਾਂ ਬੰਦ ਹੋ ਗਈਆਂ, ਆਪਣੇ ਜਿਹੜੇ ਲੋਅਰ ਮੇਨਲਾਂ ਦੇ ਵਿੱਚ ਵੀ ਜੇ ਹੈਲਪ ਕਹਿੰਦੇ ਸੀ ਕਰਨੀ ਹੈ DP ਨੇ ਉਹਨਾਂ ਨੂੰ ਨਹੀਂ ਹੈਲਪ ਕੀਤੀ ਜੀ। ਜੈਟ ਸੋਨਰ ਜੀ, ਸੋ ਪੈਨਲਿਸਟ ਆਪਣਾ ਅਗਲਾ ਜਿਹੜਾ ਸਵਾਲ ਹੈ ਉਹ ਜੈਟ ਸੋਨਰ ਨੂੰ ਪੁੱਛ ਸਕਦੇ ਨੇ। ਜੱਟ ਸੁਨਰ ਜੀ, ਤੁਹਾਡੇ ਲਈ ਸਵਾਲ ਆ, ਬਹੁਤ ਸਾਰੇ ਲੋਕ ਪੁੱਛ ਵੀ ਰਹੇ ਆ ICBC ਬਾਰੇ। ICBC ਬਾਰੇ ਹਮੇਸ਼ਾ ਹੀ ਗੱਲਬਾਤ ਹੁੰਦੀ ਰਹੀ ਹੈ, ਸਿਆਸੀ ਖੁੱਦੋ ਵੀ ਬਣਦੀ ਰਹੀ ਆ। ਤੁਸੀਂ ਜਿਹੜਾ ਤੁਹਾਡੀ ਪਾਰਟੀ ਨੇ ਵਾਅਦਾ ਕੀਤਾ ਕਿ ਅਸੀਂ ਉਹਦੇ ਨਾਲ ਪ੍ਰਾਈਵੇਟ ਪਲੇਅਰ ਇਹਦੇ ਵਿੱਚ ਲੈ ਕੇ ਆਵਾਂਗੇ ਇੰਸ਼ੋਰੈਂਸ ਦੇ ਵਿੱਚ। ਪਹਿਲੀ ਗੱਲ, ਅਸੀਂ ਇਹਦੇ ਲਈ ਕਿਹੜਾ ਮਾਡਲ ਫੋਲੋ ਕਰ ਰਹੇ ਹਾਂ? ਕਿਹੜੇ ਪ੍ਰੋਵਿੰਸ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਹੈ ਜਿਹਨੂੰ ਅਸੀਂ ਫੋਲੋ ਕਰ ਰਹੇ ਹਾਂ? ਓਨਟਾਰੀਓ ਦੇ ਵਿੱਚ ਇਹ ਮਾਡਲ ਹੈ, ਉੱਥੇ ਕੁਝ ਕੁ ਸਮੱਸਿਆਵਾਂ ਆਉਂਦੀਆਂ, ਜਿਹਦੇ ਵਿੱਚੋਂ ਇੱਕ ਸਮੱਸਿਆ ਇਹ ਆ ਕਿ ਪ੍ਰਾਈਵੇਟ ਜਿਹੜਾ ਪਲੇਅਰ ਆ ਉਹ ਪੋਸਟਲ ਕੋਡ ਦੇ ਹਿਸਾਬ ਨਾਲ ਇੰਸ਼ੋਰੈਂਸ ਵਧਾਉਂਦਾ। ਜਿੱਥੇ ਜਿੱਥੇ ਪੰਜਾਬੀਆਂ ਦੀ ਵਸੋਂ ਵੱਧਦਾ ਉੱਥੇ ਉੱਥੇ ਇੰਸ਼ੋਰੈਂਸ ਜ਼ਿਆਦਾ ਆ। ਮੇਰਾ ਸਵਾਲ ਇਹ ਆ, ਜੇ ਪ੍ਰਾਈਵੇਟ ਪਲੇਅਰ ਇੱਥੇ ਆਉਂਦੇ ਆ, ਉਹ ਇੱਥੇ ਆ ਕੇ ਉਹਨਾਂ ਖਾਸ ਖਿੱਤਿਆਂ ਦੇ ਵਿੱਚ ਪੋਸਟਲ ਕੋਡ ਦੇ ਅਕੋਰਡਿੰਗਲੀ ਇੰਸ਼ੋਰੈਂਸ ਨਹੀਂ ਵਧਾਉਣਗੇ, ਇਹਦੇ ਲਈ ਤੁਹਾਡੇ ਕੋਲ ਕੋਈ ਪ੍ਰਬੰਧ ਹੈ ਜਾਂ ਗਰੰਟੀ ਹੈ? ਹਾਂਜੀ, ਇਹ ਆਪਣਾ ਨਵਾਂ ਪ੍ਰਪੋਜ਼ਲ ਆ। ਜਿੰਨੀ ਇਨਫੋਰਮੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ ਆ, ਆਪਣੀ ਜਿਹੜੀ ICBC ਆ, ਰਾਈਟ, ਉਹਦੇ ਵਿੱਚ ਜ਼ਰੂਰ ਹੈ ਆਪਣੇ ਜਿਹੜੇ ਲੋਕ ਕੰਮ ਕਰਦੇ ਆ ਨਹੀਂ ਸਿਆ ਸਭ ਕੁਛ ਆਪਾਂ ਨੂੰ ਕੁਛ ਨਹੀਂ ਕਹਿੰਦੇ, ਪਰ ਜਿਹੜੀ ICBC ਆ ਉਹ ਜਿਹੜਾ ਪ੍ਰੋਗਰਾਮ ਆ ਬਹੁਤ ਗਲਤ ਆ ਜੀ। ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਵਨ ਆਫ ਦਾ ਹਾਈਐਸਟ ਰੇਟਸ ਕੰਟਰੀ ਦੇ ਵਿੱਚ, ਰਾਈਟ। ਇਹ ਗਲਤ ਆ। ਸਕਾਈ ਰਾਕਟ ਫਰਮ 1300 ਤੋਂ ਜਿਹੜਾ ਐਵਰੇਜ ਬੰਦਾ ਦਿੰਦਾ ਸੀਗਾ 2000 ਦਿੰਦਾ ਹੁਣ NDP ਦੇ ਥੱਲੇ, ਰਾਈਟ। ਤਾਂ ਆਪਣੇ ਜਿਹੜੇ ਨਿਆਣੇ ਆ, ਆਪਣਾ ਜਿੱਦਾਂ ਮੇਰਾ ਮੁੰਡਾ 18 ਸਾਲਾਂ ਦਾ, ਜੇ ਉਹ ਬੰਦਾ ਡਰਾਈਵ ਕਰਦਾ ਆ, ਉਹਦੇ ਕਿੰਨੇ ਆਪਾਂ ਐਕਸਟਰਾ $100 ਦਿੰਦੇ ਆ ਇੱਕ ਸਾਲ 'ਤੇ, ਬਹੁਤ ਜ਼ਿਆਦਾ। ਇੱਕ ਕੁੜੀ ਦੀ ਸਟੋਰੀ ਆਈ ਸੀਗੀ, $3000 ਦੀ ਕਾਰ ਲਈ 3000 ਉਹਨੂੰ ਇੰਸ਼ੋਰੈਂਸ ਦੇਣਾ ਪਿਆ, ਰਾਈਟ। ਇਹ ਆਪਾਂ ਇਹ ਕਹਿੰਦੇ ਆ ਵੀ ਆਪਾਂ ਬੰਦ ਨਹੀਂ ਕਰਨੀ। ICBC ਜ਼ਰੂਰ ਜਿਹੜੇ ਉਹਨਾਂ ਦੀ ਜੌਬ ਕਰਦੇ ਉਹ ਸਭ ਕੁਝ ਠੀਕ ਰਹਿਣਗੇ, ਔਰ ਪਲਾਨ ਵੀ ਠੀਕ ਰਹਿਣਗੇ, ਉਹਨਾਂ ਨੂੰ ਹੋਰ ਚੋਇਸ ਮਿਲਣਗੇ ਹੁਣ ਆਪਣੇ ਜਿਹੜੇ ਆ ਵੀ ਹੋਰ ਇੰਸ਼ੋਰੈਂਸ ਔਰ ਕੰਪੀਟੀਸ਼ਨ, ਰਾਈਟ। ਜਿੱਦਾਂ ਰਵੀ ਹੁਣੀ ਊਬਰ ਲਿਆਂਦੀ ਸੀ, ਰਾਈਟ, ਉਹ ਪਹਿਲਾਂ ਕਹਿੰਦੇ ਸੀ ਸਟਾਪ ਕਰਨੀ ਆ, ਉਹ ਆਪਾਂ ਸਟਾਪ ਨਹੀਂ ਕਰ ਸਕਦੇ। ਇਹ ਜਿਹੜਾ ਮਾਰਕੀਟ ਆ ਫ੍ਰੀ ਮਾਰਕੀਟ ਆ, ਇਹ ਆਉਣਾ ਹੀ ਆ, ਆਪਾਂ ਨੂੰ ਪਤਾ ਹੀ ਆ। ਜੇ 1 ਸਾਲ ਨਾਲ ਆਇਆ ਤਾਂ 2 ਸਾਲ 'ਚ ਆ ਜਾਊਗਾ, ਇਹ ਜ਼ਰੂਰ ਆਉਣਾ। ਸੋ ਰਵੀ ਜੀ, ਤੁਹਾਡੇ ਅੱਗੇ ਜੱਟ ਸੋਨਰ ਨੇ ਜਿਹੜਾ ਆਪਣਾ ਜਵਾਬ ਰੱਖ ਦਿੱਤਾ। ਤੁਸੀਂ ਇਸ ਦੇ ਪੱਖ ਦੇ ਵਿੱਚ ਕੀ ਕਹਿਣਾ ਚਾਹੋਗੇ, ਕੀ ਗੱਲ ਰੱਖਣਾ ਚਾਹੋਗੇ? 1 ਮਿੰਟ ਦਾ ਸਮਾਂ ਤੁਹਾਡੇ ਕੋਲ। ਉਹ ਪਹਿਲਾਂ ICBC ਅੱਗ ਪਹਿਲਾਂ ਲਾਈ ਇਹਨਾਂ ਨੇ ਤੇ ਹੁਣ ਕਹਿੰਦੇ ਅਸੀਂ ਬੁਝਾ ਦਾਂਗੇ। ਪਹਿਲਾਂ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤੀ, $1.2 ਬਿਲੀਅਨ ਦਾ ਡੈਟ ਪਾਇਆ ਉਹ 'ਚ, ਤੇ ਹੁਣ ਕਹਿੰਦੇ ਵੀ ਅਸੀਂ ਫਿਕਸ ਕਰ ਸਕਦੇ, ਹੋਰ ਨਹੀਂ ਕੋਈ ਕਰ ਸਕਦਾ। ਟਰੂਥ ਇਹ ਆ ਵੀ ਸਭ ਤੋਂ ਜ਼ਿਆਦਾ ਐਕਸਪੈਂਸਿਵ ਇੰਸ਼ੋਰੈਂਸ ਓਨਟਾਰੀਓ 'ਚ ਆ, ਜਿਹੜਾ ਇਹਨਾਂ ਦਾ ਮਾਡਲ ਆ। ਹਾਈਐਸਟ ਇੰਸ਼ੋਰੈਂਸ ਸਾਰੀ ਕੰਟਰੀ ਵਿੱਚ ਮੈਨੀਟੋਬਾ ਦਾ ਸਭ ਤੋਂ ਸਸਤਾ ਆ, ਉਹ ਪਬਲਿਕ ਇੰਸ਼ੋਰੈਂਸ ਆ। ਜਿਹੜੇ ਸਿਸਟਮ ਚੇਂਜਸ ਅਸੀਂ ਮੇਕ ਕੀਤੇ ਆ, ਨੈਕਸਟ ਈਅਰ ਇਫੈਕਟ ਆ ਜਾਣੇ ਆ, ਉਹ ਪੀਪਲ ਨੂੰ ਬਹੁਤ ਪੈਸੇ ਵੀ ਬਚਣੇ ਆ ਤੇ ਸਾਡੀ ਸੋਸਾਇਟੀ ਲਈ ਵੀ ਵਧੀਆ ਚੀਜ਼ ਹੋਣੀ ਆ। ਸੋ ਫੋਰ ਐਗਜ਼ਾਮਪਲ ਸਟ੍ਰਾਟਾ ਇੰਸ਼ੋਰੈਂਸ, ਹੁਣ ਜਿਹੜੇ ਪੀਪਲ ਘਰ ਬਾਏ ਕਰਦੇ ਆ, ਸਾਰਿਆਂ ਨੂੰ ਪਤਾ ਵੀ ਸਟ੍ਰਾਟਾ ਇੰਸ਼ੋਰੈਂਸ ਬਹੁਤ ਹਾਈ ਹੋ ਰਿਹਾ, ਕੋਈ ਅਫੋਰਡ ਕਰ ਨਹੀਂ ਸਕਦਾ, ਪਰ ਪ੍ਰਾਈਵੇਟ ਸਿਸਟਮ ਆ। ਉਸ ਤਰੀਕੇ ਨੂੰ ਹੁਣ ਕਹਿੰਦੇ ਵੀ ਅਸੀਂ ਉਹ ਸਟ੍ਰਾਟਾ ਇੰਸ਼ੋਰੈਂਸ ਬਹੁਤ ਮਾੜਾ, ਪਰ ਹੁਣ ਕਹਿੰਦੇ ICBC ਵੀ ਉਧਰ ਨੂੰ ਕਰੋ। ਸੌਰੀ, ਗਲਤ ਆ ਜਿਹੜਾ ਇਹ ਪ੍ਰੋਸੈਸ, ਗਲਤ ਆ। ਜੇ ਸਟ੍ਰਾਟਾ ਇੰਸ਼ੋਰੈਂਸ ਵੀ ਗਲਤ ਹੈ ਜਿੱਦਾਂ ਕਰ ਰਹੇ ਸੀ, ਤੇ ਹੁਣ ਕਹਿੰਦੇ ਵੀ ICBC ਨੂੰ ਉਧਰ ਕਰੋ। ਸੋ ਦੋਨੇ ਸਾਈਡ ਡਿਪਲੇ ਕਰ ਸਕਦੇ। ਸਾਨੂੰ ਪਤਾ ਵੀ ਬੈਸਟ ਮਾਡਲ ਮੈਨੀਟੋਬਾ ਦਾ, ਉਸ ਮਾਡਲ ਨੂੰ ਅਸੀਂ ਫੋਲੋ ਕਰਾਂਗੇ। ਜੀ ਬਿਲਕੁਲ ਰਵੀ ਜੀ, ਤੁਸੀਂ ਆਪਣੀ ਗੱਲ ਰੱਖੀ ਹੈ। ਸੋ ਫਿਲਹਾਲ ਇਹ ਵਾਲਾ ਜਿਹੜਾ ਰਾਊਂਡ ਹੈ ਇਹ ਇੱਥੇ ਖਤਮ ਹੁੰਦਾ ਹੈ। ਅਗਲਾ ਜਿਹੜਾ ਰਾਊਂਡ ਹੈ ਉਹ ਹੈ ਕ੍ਰਾਸ ਫਾਇਰ। ਇਸ ਰਾਊਂਡ ਦੇ ਵਿੱਚ ਉਮੀਦਵਾਰ ਇੱਕ ਦੂਜੇ ਨੂੰ ਸਵਾਲ ਪੁੱਛਣਗੇ, ਪਰ ਇਸ ਦੇ ਵਿੱਚ ਦੋਵਾਂ ਉਮੀਦਵਾਰਾਂ ਨੂੰ ਬਹਿਸ ਦੇ ਲਈ 2 ਮਿੰਟ ਦਾ ਸਮਾਂ ਦਿੱਤਾ ਜਾਏਗਾ। ਉਸ ਦੇ ਵਿੱਚ ਜਿਹੜੀ ਆਪਣੀ ਗੱਲ ਮੁਕੰਮਲ ਕਰਨੀ ਹੋਏਗੀ। ਤੁਸੀਂ ਅਗਰ ਰਵੀ ਕਾਲੋ ਜੀ ਕੋਈ ਵੀ ਸਵਾਲ ਪੁੱਛ ਰਹੇ ਹੋ ਜਾਂ ਜੱਟ ਸੋਨਰ ਜੀ ਪੁੱਛ ਰਹੇ ਨੇ, ਤਾਂ ਦੋਹੇ ਉਸ ਦੇ ਉੱਤੇ 2 ਮਿੰਟ ਲਈ ਆਪਣੀ ਬਹਿਸ ਕਰ ਸਕਦੇ ਹੋ। ਔਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਜਿਹੜੀ ਪਹਿਲੀ ਬੈਲ ਜਿਹੜੀ ਵੱਜ ਰਹੀ ਹੈ ਉਹ ਸਿਰਫ ਅਲਰਟ ਵਾਸਤੇ ਹੁੰਦੀ ਹੈ ਤੁਹਾਨੂੰ, ਤੇ ਜਦੋਂ ਦੂਜਾ ਜਿਹੜਾ ਅਲਾਰਮ ਵੱਜੇਗਾ ਉਸ 'ਤੇ ਮੈਂ ਤੁਹਾਨੂੰ ਆਪਣੇ ਆਪ ਰੋਕ ਦਾਂਗੀ। ਸੋ ਯੋਰ ਟਾਈਮ ਸਟਾਰਟਸ ਨਾਓ। ਸਭ ਤੋਂ ਪਹਿਲਾਂ ਜੱਟ ਸੋਨਰ ਜੀ, ਤੁਹਾਡੇ ਕੋਲ ਸਮਾਂ ਹੈ। ਤੁਸੀਂ ਜਿਹੜਾ ਰਵੀ ਕਾਲੋ ਜੀ ਨੂੰ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ। ਉਸ ਸਵਾਲ ਦੇ ਉੱਤੇ ਤੁਹਾਡੇ ਦੋਨਾਂ ਦੇ ਕੋਲ ਬਹਿਸ ਦੇ ਲਈ 2 ਮਿੰਟ ਦਾ ਸਮਾਂ ਹੈ। ਰਵੀ, ਤੇਰਾ ਚਾਂਸ ਆ ਇੱਥੇ ਹੁਣ ਆਨੈਸਟ ਬੰਦਾ ਹੋਣ ਦਾ। ਹੁਣ ਤੂੰ ਦੱਸ ਦੇ ਆਪਣੀ ਜਿਹੜੀ NDP ਆ, ਤੇਰੇ ਫਰੈਂਡ ਜੌਨ ਹੋਰਗਨ ਨੇ, ਇਹ ਕੀ ਫਾਇਦਾ ਸੀਗਾ? ਲੋਕੀ ਆਪਣੇ ਸਿਆਣੇ ਨੂੰ ਕਿੰਨਾ ਫਿਕਰ ਆ, ਆਪਣੇ ਨਿਆਣਿਆਂ ਨੂੰ ਆਪਾਂ ਕਿੰਨਾ ਫਿਕਰ ਆ। ਆਪਾਂ ਬਿਜ਼ਨਸਾਂ ਬੰਦ ਕਰ ਦਿੱਤੀਆਂ, ਆਪਾਂ ਸਭ ਕੁਝ ਬੰਦ ਕਰ ਦਿੱਤਾ, ਕੋਵਿਡ ਆ ਗਈ, ਲੋਕੀ ਕਿੰਨੇ ਮਰ ਗਏ, ਕਿੰਨੇ ਡਰਦੇ ਆ, ਰਾਈਟ। ਘਰ ਆਪਾਂ ਬਿਠਾ ਦਿੱਤੇ, ਠੀਕ ਆ, ਬਹੁਤ ਵਧੀਆ ਕੀਤਾ, ਆਪਾਂ ਨੂੰ ਕਰਨਾ ਪਿਆ, ਬਿਜ਼ਨਸ ਵੀ ਬੰਦ ਕਰਨੇ ਪਏ, ਪਰ ਆਪਾਂ ਨਿਆਣਿਆਂ ਨੂੰ ਮੁੜ ਕੇ ਭੇਜ ਦਿੱਤਾ ਸਕੂਲਾਂ 'ਚ।
ਤਾਂ ਆਪਾਂ ਇਲੈਕਸ਼ਨ ਕਾਲ ਕਰ ਦਿੱਤੀ। ਇੱਕ ਸਾਲ ਪਹਿਲਾਂ ਆਪਾਂ ਇਲੈਕਸ਼ਨ ਕਾਲ ਕੀਤੀ ਆ। ਅਕਤੂਬਰ 2021 ਦੀ ਡੇਟ ਆ, ਰਾਈਟ। ਇਹਦੇ ਵਿੱਚ ਕੋਈ ਫਾਇਦਾ ਨਹੀਂ ਸੀਗਾ। ਇਹਦੇ ਵਿੱਚ ਇਹ ਆ ਕਿ ਉਹਦੇ ਥੋੜ੍ਹੇ ਜਿਹੇ ਪੋਲ ਠੀਕ ਸੀਗੇ। ਉਹ ਕਹਿੰਦਾ ਮੈਂ ਜੱਜ ਜਾਣਾ, ਮੇਰਾ ਖਿਆਲ ਨਹੀਂ ਜਿੱਤੂਗਾ। ਆਪਣੇ ਲੋਕ ਬੋਲਣਗੇ, ਖੜੇ ਹੋਣਗੇ, ਵੋਟ ਪਾਉਣਗੇ ਤਾਂ ਦੱਸਣਗੇ ਵੀ ਕੀ ਸੱਚ ਆ। ਜਿਹੜੇ ਲੋਕੀ ਕੰਮ ਇੰਨਾ ਹਾਰਡ ਕਰਦੇ ਆ ਉਹਨਾਂ ਨੂੰ ਕਿੱਦਾਂ ਆਪਾਂ ਕਿੰਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਕਿੰਨਾ ਭਾਰ ਪਾਈ ਜਾਂਦੇ ਆ। ਇਹਦਾ ਕੋਈ ਫਾਇਦਾ ਨਹੀਂ। ਰਵੀ ਸੱਚ ਦੱਸ ਯਾਰ, ਕੱਲ੍ਹ ਹੀ ਇੱਕ ਇਲੈਕਸ਼ਨ ਕਾਲ ਕੀਤੀ ਹੈ ਇਨ ਦੀ ਅਰਲੀ। ਵੈਲ ਦੇਖੋ, ਜਿਹੜੀ ਡਿਸੀਜਨ ਸੀ ਇਲੈਕਸ਼ਨ ਕਾਲ ਦੀ, ਮੈਂ ਤਾਂ ਐਕਚੁਅਲੀ ਐਗਰੀ ਕਰਦਾ ਬਿਕਾਜ਼ ਲਾਸਟ 3 ਈਅਰ ਸਾਡੀ ਮਾਈਨੋਰਿਟੀ ਗਵਰਨਮੈਂਟ ਸੀ। ਜਿਹੜੀ BC ਆਪੋਜੀਸ਼ਨ ਸੀ, ਇਹਨਾਂ ਨੇ ਕੋਈ ਚੀਜ਼ਾਂ ਸਪੋਰਟ ਨਹੀਂ ਕੀਤੀਆਂ। ਜਿਹੜੀਆਂ ਮੇਜਰ ਚੀਜ਼ਾਂ, ਜਿੰਨੇ ਬਜਟ ਸੀ ਸਾਰੇ ਖਿਲਾਫ ਬੋਲੇ ਆ। ਅਤੇ ਜਦੋਂ ਦਾ ਐਂਡਰੂ ਵੀਵਰ ਜਿਹੜਾ ਲੀਡਰ ਆ ਗ੍ਰੀਨ ਪਾਰਟੀ ਦਾ, ਜਦੋਂ ਦਾ ਉਹ ਛੱਡ ਗਿਆ, ਸਾਡੀ ਡਿਸੀਜਨ ਮੇਕਿੰਗ ਬਹੁਤ ਹਾਰਡ ਹੋ ਗਈ ਸੀ ਲੈਜਿਸਲੇਚਰ ਵਿੱਚ। ਸਾਨੂੰ ਪਤਾ ਬਿਹਾਈਂਡ ਦ ਸੀਨਸ 2-3 ਮਹੀਨੇ ਲੱਗੇ। ਅਸੀਂ ਇੱਕ ਲੈਜਿਸਲੇਸ਼ਨ ਹੋ ਗਏ ਕਰਨ ਲਈ। ਜਦੋਂ ਅਸੀਂ ਲੈਜਿਸਲੇਚਰ ਪਹੁੰਚੇ, ਉਹਨਾਂ ਨੇ ਸਾਰਾ ਕੁਝ ਚੇਂਜ ਕਰ ਦੇਣਾ, ਪੋਲੀਟਿਕਾਂ ਖੇਡਣ ਲੱਗ ਪਏ। ਅਸੀਂ ਬਹੁਤ ਹੀ ਲੱਕੀ ਹਾਂ। ਜੇ ਤੁਸੀਂ ਦੇਖੋ ਕੋਵਿਡ ਦੀ ਰਿਕਵਰੀ, BC ਨੰਬਰ 1 ਨਾਰਥ ਅਮਰੀਕਾ ਵਿੱਚ। ਸਾਰੇ ਇਕੋਨਮਿਸਟ ਮੈਗਜ਼ੀਨ UK ਵਿੱਚ ਉਹ ਵੀ ਲਿਖਣ ਦੇ ਆਰਟੀਕਲ ਵੀ ਦੇਖੋ BC ਵਿੱਚ ਕਿੱਦਾਂ ਕੋਵਿਡ ਹੈਂਡਲ ਕਰ ਰਹੇ ਆ, ਕਿੱਦਾਂ ਸੇਫਲੀ ਬੱਚਿਆਂ ਨੂੰ ਸਕੂਲ ਲਿਆਉਂਦੇ ਆ, ਕਿੱਦਾਂ ਹੁਣ ਆਪਣੀ ਇਕੋਨਮੀ ਵੀ ਸ਼ੁਰੂ ਕਰ ਲਈ। 8.7%, 8.5% ਸਾਡੀ ਅਨਐਮਪਲੋਇਮੈਂਟ ਆ, ਲੋਐਸਟ ਸਾਰੇ ਮੇਜਰ ਜੁਰਿਸਡਿਕਸ਼ਨਸ ਤੋਂ। ਸੋ ਅਸੀਂ ਸਾਰੀਆਂ ਚੀਜ਼ਾਂ ਮੈਨੇਜ ਵਧੀਆ ਕਰ ਰਹੇ ਹਾਂ। ਅਤੇ ਜਿਹੜਾ ਇਲੈਕਸ਼ਨ ਆ, ਦੇਖੋ ਰਾਈਟ ਨਾਓ ਸਾਡੇ ਕੇਸ ਕਾਊਂਟਸ ਲੋ ਆ। ਸਾਨੂੰ ਪਤਾ ਸੀ ਨੋ ਮੈਟਰ ਵਾਟ ਇਲੈਕਸ਼ਨ ਕੋਵਿਡ ਵਿੱਚ ਹੋਣੀ ਆ, ਭਾਵੇਂ ਸਪਰਿੰਗ 'ਚ ਹੋਵੇ ਔਰ ਨੈਕਸਟ ਫਾਲ 'ਚ ਹੋਣੇ। ਕੋਵਿਡ ਕਿਤੇ ਨਹੀਂ ਜਾ ਰਿਹਾ ਜੈਟ, ਕੋਵਿਡ ਇੱਥੇ ਹੀ ਹੈ ਸਾਡੇ ਨਾਲ। ਤੁਸੀਂ ਪੁਲਿਸ ਆਫਿਸਰ, ਤੁਹਾਨੂੰ ਪਤਾ ਵੀ ਐਨੀ ਟਾਈਮ ਇਹ ਜਿਹੜੇ ਕੇਸਿਸ ਆਪ ਜਾ ਸਕਦੇ ਆ। ਬਟ ਅਸੀਂ ਫੋਰਚੂਨੇਟ ਹਾਂ। ਤਾਂ ਰਾਈਟ ਨਾਓ ਰਾਈਟ ਟਾਈਮ ਆ। USA ਇਲੈਕਸ਼ਨ, ਨਿਊ ਬਰੰਜ਼ਵਿਕ ਇਲੈਕਸ਼ਨ, ਸਸਕੈਚੁਆਨ ਇਲੈਕਸ਼ਨ, ਸਾਰੇ ਇਲੈਕਸ਼ਨ ਸੇਫਲੀ ਕਰ ਰਹੇ ਆ ਅਤੇ ਅਸੀਂ ਵੀ ਕਰਾਂਗੇ ਜੀ। ਸੋ ਰਵੀ ਕਾਲੋ ਜੀ, ਹੁਣ ਤੁਸੀਂ ਜਿਹੜਾ ਜੱਜ ਸੂਨਰ ਨੂੰ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਹੋ। ਦੋਹਾਂ ਦੇ ਕੋਲ ਬਹਿਸ ਕਰਨ ਲਈ ਉਹ 2 ਮਿੰਟ ਨੇ। ਜੱਜ ਸੂਨਰ ਜੀ, ਕੋਈ ਆਪਣੀ ਗੱਲ ਬੇਬਾਕੀ ਨਾ ਕਹਿਣਾ ਚਾਹੁੰਦੇ ਹੋ, ਉਸ 2 ਮਿੰਟ ਦੇ ਵਿੱਚ ਤੁਸੀਂ ਆਪਸ 'ਚ ਗੱਲਬਾਤ ਕਰ ਸਕਦੇ ਹੋ। ਸੋ ਤੁਸੀਂ ਸਵਾਲ ਪੁੱਛ ਸਕਦੇ ਹੋ ਰਵੀ ਕਾਲੋ ਜੀ। ਅਸੀਂ ਬਹੁਤ ਰਿਸਪੈਕਟਫੁਲ ਟਰਾਈ ਕਰਦੇ ਥੋੜੇ ਜੈਂਟਲਮੈਨ ਯਾਰ। ਅਤੇ ਆਈ ਗੈਸ ਮੇਰਾ ਕੁਐਸਚਨ ਜੱਜ ਤਰਲੀਏ ਹੈ ਅਭੀ। ਕੱਲ੍ਹ 2 ਦਿਨ ਪਹਿਲਾਂ ਗੁਜਰਾਤ ਚੀਮਾ ਰੇਡੀਓ 'ਤੇ ਆਏ ਸੀ ਅਤੇ ਉਹ ਕਹਿ ਰਹੇ ਸੀ, ਰੇਡੀਓ ਹੋਸਟ ਨੇ ਪੁੱਛਿਆ ਵੀ ਤੁਹਾਡੇ ਲੀਡਰ ਨੇ ਜਿਹੜਾ ਸਰੀ ਹਸਪੀਟਲ ਲੈਂਡ ਸੀ ਉਹ ਵੇਚ ਦਿੱਤਾ ਸੀ ਜਦੋਂ ਮਿਨਿਸਟਰ ਸੀ, ਅਤੇ ਉਹ ਕਹਿੰਦੇ ਵੀ ਹਾਂ ਗਲਤ ਆ। ਅਤੇ ਤੁਹਾਨੂੰ ਪਤਾ ਮੈਜੋਰਟੀ ਸਾਡੇ ਰੈਜ਼ੀਡੈਂਟ ਜਿਹੜੇ ਆ ਜਦੋਂ ਹਸਪੀਟਲ ਜਾਂਦੇ ਸਰੀ ਨੂੰ ਜਾਂਦੇ ਆ। ਸੋ ਮੇਰਾ ਤੁਹਾਡਾ ਕੁਐਸਚਨ ਹੈ, ਤੁਸੀਂ ਐਗਰੀ ਕਰਦੇ ਆ ਗੁਜਰਾਤ ਚੀਮਾ ਨੂੰ ਵੀ ਤੁਹਾਡੇ ਲੀਡਰ ਨੇ ਉਹ ਲੈਂਡ ਨਹੀਂ ਵੇਚਣਾ ਚਾਹੀਦਾ ਸੀ, ਔਰ ਤੁਸੀਂ ਸੋਚਦੇ ਵੀ ਵਧੀਆ ਡਿਸੀਜਨ ਸੀ? ਰਵੀ, ਤੈਨੂੰ ਪਤਾ ਆ BC ਲਿਬਰਲ ਨੇ ਸਭ ਕੁਝ ਬਿਲਡ ਕੀਤਾ। ਰੋਡਸ ਉਹ ਵੀ ਬਿਲਡ ਕੀਤੀਆਂ, ਹਸਪੀਟਲ 12-13 ਆਪਣੇ BC ਵਿੱਚ ਉਹਨੇ ਬਿਲਡ ਕੀਤੇ ਆ। ਗੁਰੂ ਨਾਨਕ ਪਵੇਲੀਅਨ ਦੇ ਉੱਤੇ $500 ਮਿਲੀਅਨ ਲਾਇਆ। ਆਪਣੀ ਜਿਮੀ ਪੈਰਿਸ ਦੇ $200 ਮਿਲੀਅਨ ਤੋਂ ਉੱਪਰ ਲਾਇਆ। ਇਹਦੀ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਨਹੀਂ ਬਿਲਡ ਕੀਤੀਆਂ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ, ਅਸੀਂ ਬਿਲਡ ਕਰੂੰਗੇ ਨਵਾਂ ਹਸਪੀਟਲ ਕਲੋਵਰਡੇਲ ਵਿੱਚ। ਜੇ ਐਂਡਰੂ ਬੋਥਸਨ ਕਹਿੰਦਾ ਮੈਂ ਕਰੂੰਗਾ, ਉਹ ਕਰੂੰਗਾ। ਇਹ ਤੁਸੀਂ ਦੇਖੋ ਕਿ ਉਹ ਬੰਦਾ ਇੰਟੈਲੀਜੈਂਸ ਕਿੰਨਾ ਆ, ਕਿੰਨਾ ਸਿੰਸੀਅਰ ਆ, ਵਕੀਲ ਰਿਹਾ, ਡਾਕਟਰ ਰਿਹਾ, ਤਾਂ ਉਹ ਇਕਾਨਮੀ ਆਪਣੀ ਠੀਕ ਕਰਾ ਸਕਦਾ ਆ। ਆਪਣੀ ਡੈਲਟਾ ਨੋਰਥ ਵਿੱਚ ਦੇਖੋ, ਮੇਰੀ ਰਾਈਡਿੰਗ ਵਿੱਚ ਦੇਖੋ, 72nd ਸਟਰੀਟ ਓਵਰਪਾਸ ਕਿਹਨੇ ਬਿਲਡ ਕੀਤਾ? BC ਲਿਬਰਲ। ਹਸਪੀਟਲ ਦਾ ਕੁਐਸਚਨ ਟੌਡ ਸਟੋਨ ਤਾਂ ਸਕਾਟ। ਅਸੀਂ ਹਸਪੀਟਲ ਦਾ ਕੁਐਸਚਨ ਸੀ, ਲੈਂਡ ਵੇਚਣ ਦਾ ਕੁਐਸਚਨ। ਐਲੈਕਸ ਫਰੇਜ਼ਰ ਦੀ ਓਵਰਫਲੋ ਕਿਹਨੇ ਬਿਲਡ ਕੀਤੀ? BC ਲਿਬਰਲਸ ਨੇ ਬਿਲਡ ਕੀਤੀ। ਹਾਈਵੇ 91 ਸਾਊਥ ਪਰਿਮੀਟਰ ਰੋਡ, BC ਲਿਬਰਲਸ। ਜਦ ਕਿਉਂ ਲੈਂਡ ਕਿਉਂ ਵੇਚਿਆ? ਲੈਂਡ ਕਿਉਂ ਵੇਚਿਆ? ਸਕੂਲ, ਉਹ ਵੀ ਡਿਵੈਲਪਰ ਨੂੰ, ਆਪਣੇ ਫਰੈਂਡ ਨੂੰ, ਡੋਨਰ ਨੂੰ। everything they build it। ਉਹਨੇ ਬਿਲਡ ਕਰਨਾ, ਮੁੜ ਕੇ ਬਿਲਡ ਕਰੀਏ BC ਨੂੰ। 16 ਸਾਲ ਬੜੀ ਸੋਹਣਾ ਮੇਰੀ ਲਾਈਫ ਰਹੀ ਆ। ਹੁਣ ਦੇਖੋ ਕਿੰਨਾ ਆਪਣੇ ਟੈਕਸ ਕਿੰਨੇ ਆ ਗਏ। 23 ਟੈਕਸ ਲਾਤੇ, ਕਹਿੰਦੇ ਟੋਲ ਬੰਦ ਕਰ ਦਿੰਦੇ ਆ, ਤੁਹਾਨੂੰ 23 ਟੈਕਸ ਲਾ ਦਿੰਦੇ ਆ। ਜਦ ਤੁਸੀਂ ਕਹਿੰਦੇ ਵੀ ਮੈਂ ਪੋਲੀਟੀਸ਼ੀਅਨ ਨਹੀਂ ਆ, ਤੁਸੀਂ ਕਹਿੰਦੇ ਮੈਂ ਪੋਲੀਟੀਸ਼ੀਅਨ ਨਹੀਂ ਆ, ਪਰ ਆਨਸਰ ਤੁਸੀਂ ਕੁਐਸਚਨ ਨਹੀਂ ਕਰਦੇ। ਤੁਸੀਂ ਲੈਂਡ ਦੱਸੋ ਵੇਚੋ, ਜ਼ਰੂਰ ਉਹ ਪੈਸਾ ਮੁੜ ਕੇ ਪਾਇਆ ਉਹਨੇ, ਜੇਬੀ 'ਚ ਨਹੀਂ ਪਾਇਆ। ਮੁੜ ਕੇ ਜ਼ਰੂਰ ਤੁਸੀਂ ਤਾਂ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਬਣ ਗਏ ਮਹੀਨੇ ਵਿੱਚ। ਹੈ ਜਿਹੜਾ ਤੁਸੀਂ $1000 ਦੇਣਾ ਚਾਹੁੰਦੇ ਉਹਦਾ ਕੋਈ ਫਾਇਦਾ ਨਹੀਂ। ਉਹ $1000 ਐਵੇਂ ਜਿਹੜਾ ਦੇਣਾ ਉਹ ਤਾਂ ਜੇ ਆਪਣੇ ਤੁਸੀਂ ਕਹੋ ਆਪਣੇ ਗ੍ਰੀਨ ਵਾਲ, ਤੁਸੀਂ ਤਾਂ BC ਲਿਬਰਲ ਪਾਰਟੀ ਪਰਫੈਕਟ ਕੈਂਡੀਡੇਟ ਹੋ। ਜੇ ਤੂੰ ਆਪਾਂ ਕੋ ਆਪਣਾ ਜਿਹੜਾ ਇੱਕ ਨਿਆਣਾ ਆ ਉਹਨੂੰ ਪੁੱਛੋ ਤੁਸੀਂ ਹਾਈ ਸਕੂਲ ਵਿੱਚ ਵੀ ਜੇ ਤੂੰ ਪ੍ਰੈਜ਼ੀਡੈਂਟ ਬਣ ਗਿਆ ਤੂੰ ਕੀ ਕਰੂੰਗਾ? ਉਹਨੇ ਕਹਿਣਾ ਮੈਂ ਤੁਹਾਨੂੰ ਸਾਰਿਆਂ ਨੂੰ ਫ੍ਰੀ ਬੀਅਰ ਦਊਂਗਾ ਜਾਂ ਤੁਹਾਨੂੰ ਮੈਂ $1000 ਜੇਬੀ 'ਚ ਪਾ ਦਊਂਗਾ। ਉਹਦੇ ਵਿੱਚ ਕੋਈ ਫਾਇਦਾ ਨਹੀਂ। ਇਟਸ ਨਾਟ ਸਮਾਰਟ ਚੀਜ਼ ਇਕਾਨਮੀ ਦੇ ਕੀ ਆ ਜਿਹੜਾ ਆਪਾਂ PST ਤਾਂ ਆ ਆਪਾਂ ਬਿਜ਼ਨਸਾਂ ਨੂੰ 2% ਦਊਂਗੇ ਜਿਹੜੀ ਐਕਨੋਮਿਕ ਰਿਲੀਫ ਆਪਣੀ ਇਨਕਮ ਟੈਕਸ ਤੋਂ।
ਆਪਾਂ ਟੂਰਿਜ਼ਮ ਨੂੰ ਹੈਲਪ ਕਰੂਗੇ, ਹਸਪਿਟੈਲਿਟੀ ਨੂੰ ਹੈਲਪ ਕਰੂਗੇ, ਸਾਰਿਆਂ ਦੀ ਮਦਦ ਕਰੂਗੇ। ਜੈਟ ਜੀ ਜਿਹੜਾ ਤੁਸੀਂ ਜਵਾਬ ਦੇ ਰਹੇ ਸੀ ਉਹ ਫਿਲਹਾਲ ਉਹ ਤਾਂ ਸਮਾਂ ਖਤਮ ਹੁੰਦਾ ਹੈ, ਪਰ ਤੁਸੀਂ ਜਿਹੜਾ ਅਗਲਾ ਸਵਾਲ ਹੈ ਰਵੀ ਕਾਲੋ ਜੀ ਨੂੰ ਆਪਣਾ ਪੁੱਛ ਸਕਦੇ ਹੋ। 2 ਮਿੰਟ ਬਹਿਸ ਦੇ ਲਈ ਦੋਵਾਂ ਕੋਲ ਹੈ ਉਸ ਸਵਾਲ ਦੇ ਉੱਤੇ। ਰਵੀ, ਤੂੰ ਕਿਹਾ ਸੀਗਾ 2018 ਦੇ ਵਿੱਚ 2018 ਵਿੱਚ ਤੂੰ ਕਿਹਾ ਸੀਗਾ ਵੀ $36 ਮਿਲੀਅਨ ਮਿਲੇ ਸੀਗੇ ਡੈਲਟਾ ਨੂੰ, ਵੀ ਤੁਸੀਂ ਜਾ ਕੇ ਅਫੋਰਡੇਬਲ ਹਾਊਸਿੰਗ ਪਾਓ। ਇਹਦੀ ਰਾਈਟਿੰਗ ਹੈਗੀ ਆ ਡੈਲਟਾ ਨਾਰਥ, ਨਾਟ ਡੈਲਟਾ ਸਾਊਥ, ਡੈਲਟਾ ਨਾਰਥ। ਇਹਦਾ ਜਵਾਬ ਸੀਗਾ ਕੋਈ ਪ੍ਰਪੋਜ਼ਲ ਨਹੀਂ ਆਇਆ, 36 ਮਿਲੀਅਨ ਉੱਧਰ ਛੱਡ ਦਿਓ ਸਾਊਥ ਡੈਲਟਾ ਨੂੰ। ਰਾਈਟ, ਤੁਸੀਂ ਦੇਖੋ ਫਰਕ ਕਿੰਨਾ ਆ ਸਾਊਥ ਡੈਲਟਾ ਤੇ ਨਾਰਥ ਡੈਲਟਾ। ਆਪਾਂ ਨਹੀਂ ਫਰਕ ਰਹਿਣ ਦੇਣਾ। ਰਵੀ ਸੱਚ ਦੱਸ, ਕੱਲ ਹੀ ਨਹੀਂ ਤੂੰ ਜ਼ੀਰੋ ਅਫੋਰਡੇਬਲ ਹਾਊਸਿੰਗ ਬਿਲਡ ਕੀਤੀ। ਦੇਖੋ 360 ਅਫੋਰਡੇਬਲ ਹਾਊਸਿੰਗ ਯੂਨਿਟਸ ਬਣੇ ਡੈਲਟਾ ਵਿੱਚ 3 ਸਾਲਾਂ ਵਿੱਚ। 16 ਸਾਲ ਇਹਨਾਂ ਦੀ ਗਵਰਨਮੈਂਟ ਰਹੀ, ਕਿੰਨੇ ਬਣਾਏ ਇਹਨਾਂ ਨੇ? ਜ਼ੀਰੋ। ਓਕੇ, ਇਹਨਾਂ ਦੇ ਪਲੇਟਫਾਰਮ ਵਿੱਚ ਸੋਸ਼ਲ ਹਾਊਸਿੰਗ ਤੇ ਹੈਗੀ ਵੀ ਨਹੀਂ। ਪਲੇਟਫਾਰਮ ਵਿੱਚ ਤੁਹਾਡੇ ਵਿੱਚ ਸੋਸ਼ਲ ਹਾਊਸਿੰਗ ਕਿਤੇ ਲਿਖਿਆ ਵੀ ਨਹੀਂ, ਪੈਸੇ ਤੁਸੀਂ ਪਾਏ ਨਹੀਂ। ਕਿੰਨੇ ਬਿਲਡ ਕਰ ਲੈਣੇ? ਜੇ ਪਾਰਟੀ ਨਹੀਂ ਤੁਹਾਡੀ ਸਪੋਰਟ ਕਰਦੀ ਤੁਸੀਂ ਕੀ ਕਰ ਲੈਣਾ? ਤੁਸੀਂ ਸ਼ਵਲ ਲੈ ਕੇ ਆਪ ਬਣਾਉਣੀ ਹੈ ਬਿਲਡਿੰਗ। ਦੇਖੋ ਮੈਂ ਤੁਸੀਂ ਆਪਣੇ ਮੇਅਰ ਨਾਲ ਵੀ ਮੌਕਾ ਲੈ ਕੇ ਗੱਲ ਕਰੋ, ਡੈਲਟਾ ਮੇਅਰ ਨਾਲ, ਉਹਦੇ ਨਾਲ ਅਸੀਂ ਵਰਕ ਕਰ ਰਹੇ ਸੀ ਲਾਸਟ 2 years ਵਿੱਚ ਸੋਸ਼ਲ ਹਾਊਸਿੰਗ ਬਣਾਉਣ ਲਈ। ਤੇ ਗੱਲ ਕਰੂੰਗੇ ਪਰ ਡੈਲਟਾ ਨਾਰਥ ਵਿੱਚ ਜ਼ੀਰੋ ਜਵਾਬ ਦੇ ਵੀ ਸੱਚ ਗੱਲ ਆ, ਜ਼ੀਰੋ ਤੁਸੀਂ ਬਣਾਈ ਆ ਅਫੋਰਡੇਬਲ ਹਾਊਸਿੰਗ। ਦੇਖੋ ਲਾਸਟ 3 years ਵਿੱਚ ਜਿੰਨੇ ਇਨਵੈਸਟਮੈਂਟਸ ਮੈਂ ਸਿਕਿਉਰ ਕੀਤੇ ਸਾਡੇ ਕਮਿਊਨਿਟੀ ਵਿੱਚ, ਕੋਈ MLA ਨੇ ਸਾਡੀ ਰਾਈਡਿੰਗ ਦੀ ਹਿਸਟਰੀ ਵਿੱਚ ਨਹੀਂ ਕੀਤੇ। ਬ੍ਰੈਂਡ ਨਿਊ $8 million, $8.7 million ਟਰੈਕ, ਸਾਰੇ ਸਕੂਲਸ ਅਸੀਂ ਸਾਈਜ਼ਮਿਕ ਅਪਗ੍ਰੇਡ ਕਰ ਲਏ, 2 ਪਲੇਗਰਾਉਂਡਸ ਬਣਾਏ ਆ, ਬ੍ਰੈਂਡ ਨਿਊ ਕ੍ਰਿਕਟ ਫੀਲਡ ਬਣਾਏ ਆ, ਸੀਨੀਅਰਸ ਲਈ ਅਸੀਂ ਕਵਰਡ ਬੈਂਚਸ ਬਣਾਏ ਆ। ਤੁਸੀਂ ਦੇਖੋ ਲਿਸਟ ਔਨ ਐਂਡ ਔਨ ਜਾਈ ਜਾਂਦੀ ਹੈ। ਤੇ ਮੈਂ ਜੇ 4 more years ਮਿਲ ਗਏ ਮੈਂ ਕੰਟੀਨਿਊ ਕਰੂੰਗਾ ਇਨਵੈਸਟਮੈਂਟਸ। ਟਰੈਕ ਵਧੀਆ ਬਣਾਈ, ਉਹ ਮਿਊਨਿਸਪਲ ਸੀਗੇ, ਸਕੂਲ ਵਾਲੇ ਲੋਕੀ ਸੀਗੇ ਉਹਦੇ ਵਿੱਚ, ਉਹ ਮਿਊਨਿਸਪਲ ਦਾ ਪ੍ਰੋਜੈਕਟ ਸੀਗਾ। ਫੈਡਰਲ ਨੇ ਬਹੁਤ ਸਪੋਰਟ ਕੀਤੀ, ਫਿਰ ਤੂੰ ਤੀਸਰੇ ਨੰਬਰ ਤੇ ਆ ਕੇ ਪਿੱਛੇ ਜਦੋਂ ਮੈਂ ਖੜਾ ਸੀ ਇਲੈਕਸ਼ਨ ਲਾਸਟ ਟਾਈਮ, ਮੈਂ ਪਹਿਲਾ ਪਰਸਨ ਸੀ ਜਿਹੜਾ ਡੈਲਟਾ 'ਚ ਕਹਿੰਦਾ ਸੀ ਵੀ ਟਰੈਕ ਬਣਾਉਣਾ। ਉਸ ਟਾਈਮ ਤੇ ਕੋਈ ਨਹੀਂ ਇੱਕ ਟੌਪਿਕ ਲੈ ਕੇ ਆ ਰਿਹਾ ਸੀ। ਤੁਸੀਂ ਜਿੰਨੇ ਬੰਦੇ ਨੂੰ ਪੁੱਛੋ ਉਹ ਆਏ ਮੇਰੇ ਕੋਲ, ਲੋਕੀ ਕਹਿੰਦੇ ਵੀ ਟਰੈਕ ਬਣਾਉਣਾ, ਤੇ ਅਸੀਂ ਬਣਾਇਆ। ਕ੍ਰਿਕਟ ਫੀਲਡ ਵੀ ਉਹ ਆਪੇ ਹੀ ਦੱਸਦੇ ਆ ਮੈਨੂੰ, ਟੈਕਸੀ ਵਾਲੇ ਵੀ ਮੈਨੂੰ ਦੱਸਦੇ ਆ, ਟਰੱਕਰ ਵੀ ਮੈਨੂੰ ਦੱਸਦੇ ਆ, ਦੱਸਦੇ ਟਰੈਕ ਵਾਲਾ ਵੀ ਮੈਨੂੰ ਦੱਸਦੇ ਆ, ਮੈਨੂੰ ਸਾਰਾ ਕੁਝ ਪਤਾ। ਟੈਕਸੀ ਵਾਲੇ ਤੁਹਾਨੂੰ ਦੱਸਦੇ ਵੀ ਜੇ ਜੈਸ ਜੋ ਬਣ ਗਿਆ ਟਰਾਂਸਪੋਰਟੇਸ਼ਨ ਮਿਨਿਸਟਰ, ਟੈਕਸੀ ਵਾਲਿਆਂ ਨੂੰ ਪਤਾ ਵੀ ਉਹਨਾਂ ਨੂੰ ਕੀ ਹੋਣਾ, ਸਾਰਿਆਂ ਨੂੰ ਪਤਾ। ਟੈਕਸੀ ਵਾਲਿਆਂ ਨੇ ਤੁਹਾਨੂੰ ਕੋਈ ਨਹੀਂ ਵੋਟ ਪਾਉਣੀ, ਮੈਂ ਦੱਸ ਦਿੰਦਾ। ਆਹੋ ਕਲਾਸ 4 ਲਾ ਦੋ, ਦੇਖੋ ਕੀ ਹੁੰਦਾ, ਤੁਹਾਡਾ ਪਲਾਨ ਸਾਨੂੰ ਪਤਾ। ਇਹ ਤਾਂ LDP ਨੇ ਕਰਨਾ ਜ਼ਰੂਰ, ਜਿੱਦਾਂ ਉਹ ਵਾਅਦੇ ਉਹਨੇ ਅੱਗੇ ਤੋੜੇ ਆ, ਹੋਰ ਤੋੜਨਗੇ ਵਾਅਦੇ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਰਾਈਟ? ਟੈਕਸੀ, ਟੋਲ, ਟਰੱਕ, ਸਭ ਕੁਝ। ਮਹੀਨਾ ਪੋਲੀਟੀਸ਼ੀਅਨ ਤੁਸੀਂ ਬਣ ਗਏ ਹੋ, ਹੈ ਕੋਈ ਕਲੀਅਰ ਆਨਸਰ ਨਹੀਂ ਦਿੱਤਾ, ਈਵਨ ਕੁਐਸਚਨਸ ਵੀ ਕੋਈ। ਆਪਾਂ ਪੋਲੀਟੀਸ਼ੀਅਨ ਤਾਂ ਬਣੇ ਹੀ ਨਹੀਂ, ਆਪਾਂ ਪੁਲਿਸ ਅਫਸਰ ਰਹੇ ਆ, ਪਰ ਕਮਿਊਨਿਟੀ ਬੰਦਾ ਆ, ਜਿੰਨੀ ਹੈਲਪ ਕੀਤੀ ਆ। ਇਹ ਪੋਲਿਟਿਕਸ ਆਏ ਆ, ਪਰ ਸੱਚੀ ਆਪਾਂ ਜਾ ਕੇ ਕੋਈ ਵਧੀਆ। ਜੈਟ ਸੋਨਰ ਜੀ, ਰਵੀ ਕਾਲੋ ਜੀ, ਤੁਹਾਡਾ ਸਵਾਲ ਜਿਹੜਾ ਪੁੱਛਣ ਦਾ ਹੁਣ ਸਮਾਂ ਹੈ। 2 ਮਿੰਟ ਲਈ ਫਿਰ ਹੈਗੇ ਤੁਹਾਡੇ ਕੋਲ, ਜੋ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ। 2 ਮਿੰਟ ਦੇ ਵਿੱਚ ਸਵਾਲ ਤੁਸੀਂ ਕਰ ਸਕਦੇ ਹੋ ਜੈਟ ਸੋਨਰ ਨੂੰ। ਮਿਸਟਰ ਸਨਰ, ਤੁਸੀਂ ਕਹਿ ਰਹੇ ਵੀ ਅਸੀਂ PST ਕੱਟਾਂਗੇ, ਸਪੈਕੂਲੇਸ਼ਨ ਟੈਕਸ ਕੱਟਾਂਗੇ, ਜਿੰਨੇ ਸਮਾਲ ਬਿਜ਼ਨਸ ਟੈਕਸ ਸਾਰੇ ਟੈਕਸ ਕੱਟ ਦਾਂਗੇ। ਤੁਸੀਂ ਸਾਰੀ ਲਾਈਫ ਆਪਣੀ ਪੁਲਿਸਿੰਗ ਸੈਮ ਕੀਤੀ ਹੈ, ਤੁਹਾਨੂੰ ਪਤਾ ਤੁਹਾਡੇ ਪੈਸੇ ਕਿੱਥੋਂ ਆਉਂਦੇ ਆ? ਟੈਕਸ ਪੇਅਰ ਟੈਕਸਿਸ ਤੋਂ। ਤੇ ਜਿਹੜੇ ਤੁਸੀਂ ਸਾਰੇ ਟੈਕਸਿਸ ਕੱਟ ਦਿੱਤੇ, ਜਿਹੜੇ ਸਰਵਿਸਿਜ਼ ਸਾਨੂੰ ਚਾਹੀਦੀਆਂ ਉਹ ਕਿੱਥੇ ਪੇ ਕਰਨਾ? ਤੁਸੀਂ ਕਹਿੰਦੇ ਵੀ ਅਸੀਂ ਸਕੂਲ ਬਣਾਉਣੇ ਆ, ਜੇ ਸਾਰੇ ਟੈਕਸ ਕੱਟ ਦਿੱਤੇ ਤੁਸੀਂ ਸਕੂਲ ਕਿੱਦਾਂ ਬਣਾਉਣੇ ਆ? ਹਸਪੀਟਲ ਕਿੱਦਾਂ ਬਣਾਉਣਾ? ਤੁਸੀਂ ਜਿਹੜੇ ਕੇਅਰ ਵਰਕਰ ਸਾਨੂੰ ਚਾਹੀਦੇ ਉਹ ਕਿੱਥੋਂ ਆਉਣਗੇ ਜੇ ਤੁਸੀਂ ਸਾਰੇ ਟੈਕਸ? ਤੁਸੀਂ ਹਾਲੇ ਅਨਾਉਂਸ ਨਹੀਂ ਕੀਤਾ ਵੀ ਤੁਸੀਂ ਟੈਨਸ ਆਫ ਬਿਲੀਅਨਸ ਤੁਸੀਂ ਟੈਕਸ ਕੱਟਣੇ ਆ, ਪਰ ਤੁਸੀਂ ਇਹ ਨਹੀਂ ਦੱਸਿਆ ਵੀ ਤੁਸੀਂ ਸਰਵਿਸਿਜ਼ ਕਿਹੜੇ ਕੱਟਣੇ ਆ। ਸੋ ਹੁਣ ਤੁਹਾਡਾ ਮੌਕਾ ਦੱਸਣ ਲਈ। ਓਕੇ ਰਵੀ, ਥੈਂਕ ਯੂ। PST ਜਿਹੜਾ ਕੱਟਣਾ ਆ, PST ਕੱਟੂਗੇ, ਲੋਕਾਂ ਦੀਆਂ ਜੌਬਾਂ ਮਿਲਣਗੀਆਂ, ਰਾਈਟ? ਉਹ PST ਜਿਹੜੀ ਲੋਕਾਂ ਨੂੰ ਮਦਦ ਆ, ਹੁਣ ਉਹਨਾਂ ਨੂੰ ਮਦਦ ਚਾਹੀਦੀ ਆ, ਕੋਵਿਡ ਹੋਇਆ ਆ, ਉਹਨਾਂ ਨੂੰ ਹੈਲਪ ਚਾਹੀਦੀ ਆ। ਜਿਹੜੀ ਆਪਾਂ ਬਿਜ਼ਨਸ ਆ ਉਹਨਾਂ ਨੂੰ ਹੈਲਪ ਕਰਨੀ ਆ, 2% ਇਨਕਮ ਟੈਕਸ ਦੇਣਾ ਆ ਆਪਾਂ ਉਹਨਾਂ ਨੂੰ। ਸਮਾਲ ਬਿਜ਼ਨਸ ਨੂੰ 98% ਜਿਹੜੀਆਂ ਆਪਣੀਆਂ ਬਿਜ਼ਨਸ ਆ BC ਵਿੱਚ ਸਮਾਲ ਬਿਜ਼ਨਸ ਆ, ਲੋਕਾਂ ਨੂੰ ਜ਼ਿਆਦਾ ਨੂੰ ਪਤਾ ਨਹੀਂ, ਬਟ ਮੋਸਟਲੀ ਲੇਡੀ ਓਨਡ, ਰਾਈਟ? ਇਹ ਬਹੁਤ ਇੰਪੋਰਟੈਂਟ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਜਿਹੜੀ ਰਿਲੀਫ ਦੇਣੀ ਆ, ਬਿਜ਼ਨਸ ਦੀ ਰਿਲੀਫ ਦੇਣੀ ਆ, ਆਪਾਂ ਸੀਨੀਅਰਸ ਨੂੰ ਵੀ $20,000 ਆਪਣੇ ਤੁਸੀਂ ਪਾ ਸਕਦੇ ਹੋ, ਬਈ 7,000 ਤੁਹਾਨੂੰ ਮੁੜ ਕੇ ਮਿਲੇ, ਉਹਨਾਂ ਦੀ ਵੀ ਹੈਲਪ ਹੋਗੀ। ਜਿਹੜੇ ਮੈਂ ਸੀਨੀਅਰਸ ਨਾਲ ਆਪਣੇ ਗੱਲ ਕਰਦਾ, ਕਹਿੰਦੇ ਕੋਈ ਜੱਟ ਮਿਲੇ ਕੁਛ ਕਰ ਵੀ ਅਸੀਂ ਬਾਹਰ ਜਾ ਕੇ ਆਪਣੀ ਸਿਹਤ ਬਣਾਈਏ, ਵਧੀਆ ਹੋਈਏ, ਬਾਹਰ ਫਿਰੀਏ। ਉਹ ਹੈਂਡੀ ਕਾਰਡ ਵੀ ਭਰ ਸਕਦੇ ਆ, ਆਪਣੀ ਹੋਮ ਕੇਅਰ ਵੀ ਲਾ ਸਕਦੇ ਆ, ਫੋਰ ਜਾ ਕੇ ਵੀ ਲਾ ਸਕਦੇ ਆ। ਇਹ ਜਿਹੜੀ ਆਪਾਂ ਨੂੰ ਹੁਣ ਕਰਨੀ ਪੈਣੀ ਆ, ਇਹ ਉਹਨਾਂ ਦੀ ਲੋਕਾਂ ਦੀ ਮਦਦ, ਫਿਰ ਮੁੜ ਕੇ ਇਕਨੋਮੀ ਚਲਾਈਏ ਕਰਕੇ। ਇਕੱਲੇ BC ਲਿਬਰਲ ਜਿਹੜੇ ਆ ਉਹੀ ਚਲਾ ਸਕਦੇ ਆ ਇਕਨੋਮੀ। ਆਪਾਂ ਸਾਰਿਆਂ ਨੂੰ ਪਤਾ ਹੈ, ਆਪਣਾ ਜੇ ਹਿਸਟਰੀ ਦੇਖ ਲਈਏ 19
ਉਹਨੇ ਸਭ ਕੁਝ ਬਿਲਡ ਕੀਤਾ, ਉਹਨੇ ਇਕਨੋਮੀ ਬਿਲਡ ਕੀਤੀ ਆ। ਇਹਨਾਂ ਦੇ ਥੱਲੇ ਜੌਬਾਂ ਜਾਂਦੀਆਂ, ਲੋਕੀ ਜਿਹੜੇ ਉਹਨਾਂ ਦੇ ਮੋਢਿਆਂ ਦੇ ਉੱਤੇ ਹੋਰ ਭਾਰ ਪਾਉਂਦੇ ਆ। ਦੇਖੋ BC ਲਿਬਰਲ ਗਵਰਨਮੈਂਟ ਭਾਰ ਪਾਈ ਜਾਣਾ ਲੋਕਾਂ ਦੇ, ਉਹਦਾ ਕੋਈ ਫਾਇਦਾ ਨਹੀਂਗਾ, ਲੋਕਾਂ ਨੂੰ ਐਵੇਂ ਦੁਖੀ ਕਰੀ ਜਾਣਾ। ਇਹ ਜਿਹੜੇ 80% ਵਿਚਾਰੇ ਕੰਮ ਕਰੀ ਜਾਂਦੇ ਆ, ਉਹਨਾਂ ਤੋਂ ਜਿੱਦਾਂ ਜਿਹਨਾਂ ਲੀਚ ਹੁੰਦੀ ਆ, ਉਹਦੇ ਲੀਚ ਉੱਤੇ ਪਾ ਦੋ ਨਾ, ਖੂਨ ਚੱਕੀ ਕੱਢੀ ਚਲੋ, ਉਹਦਾ ਕੋਈ ਫਾਇਦਾ ਨਹੀਂਗਾ। ਇਹ ਮੈਨੂੰ ਜਿਵੇਂ ਇਹਦੇ ਵਿੱਚ ਇਵਨ ਇਫ ਆਈ ਵਾਸਨਟ ਰਨਿੰਗ, ਮੈਨੂੰ ਬਹੁਤ ਡਰ ਆ ਜਿਹੜੀ NDP ਜੇ ਮੁੜ ਕੇ ਆ ਗਈ, ਆਪਣਾ ਕੀ ਹਾਲਤ ਹੋਊਗਾ। ਡਰਨਾ ਨਹੀਂ ਚਾਹੀਦਾ। ਅਸੀਂ ਫੰਡਿੰਗ ਕਰਦੇ ਆ, ਤੁਹਾਡੀ ਪੁਲਿਸ ਫੋਰਸ ਨੂੰ ਫੰਡਿੰਗ ਮਿਲਦੀ ਆ, ਤੇ ਸਕੂਲਸ ਨੂੰ ਫੰਡਿੰਗ ਮਿਲਦੇ ਆ, ਹਸਪੀਟਲ। ਤੁਸੀਂ ਫਿਕਰ ਨਾ ਕਰੋ, ਅਸੀਂ ਸਾਰੇ ਨੂੰ ਟੇਕ ਕੇਅਰ ਕਰਾਂਗੇ। ਉਹਨੇ ਕਿਹਾ ਤਾਂ 200 more police officers probably ਦੇਖੋ, 40 more psych nurses। ਜੋਰਜ ਐਬਟ BC ਲਿਬਰਲ ਦੇ ਮਿਨਿਸਟਰ ਉਹ ਕਹਿ ਰਿਹਾ ਪ੍ਰੋਸੀਕਿਊਟਰ ਹੋ ਪਾਊਗਾ। ਆਪਣੇ ਜਿਹੜੇ ਰੂਲ ਹੈ ਉਹ ਤੇ ਰੂਲ ਕੋਈ ਫੋਲੋ ਨਹੀਂ ਕਰਦਾ, ਉਹ ਕਹਿੰਦਾ ਰੂਲ ਫੋਲੋ ਕਰੋ। ਦੇਖੋ, ਜੋਰਜ ਐਬਟ BC ਲਿਬਰਲ ਦਾ ਮਿਨਿਸਟਰ ਆ, ਉਹਨੇ ਪਬਲਿਕਲੀ ਕਿਹਾ ਵੀ ਇਹ ਬਿਗੇਸਟ ਮਿਸਟੇਕ ਆ ਜਿਹੜੀ ਤੁਸੀਂ ਟੈਕਸ ਕੱਟ ਕਰ ਰਹੇ ਹੋ, ਬਿਕਾਜ਼ ਉਹਨੂੰ ਪਤਾ ਵੀ ਜਦੋਂ ਕੱਟਸ ਹੋ ਗਈਆਂ ਤੁਹਾਨੂੰ ਬਸ ਸਰਵਿਸਿਜ਼ ਕੱਟਣੀਆਂ ਪੈਣੀਆਂ, ਐਂਡ ਦੈਟਸ ਬੈਡ ਫॉर ਸਾਡੀ ਸੋਸਾਇਟੀ। ਜੀ ਸੋ ਬਿਲਕੁਲ, ਸੋ ਇਹ ਗਰਮਾ ਗਰਮੀ ਵਾਲਾ ਜਿਹੜਾ ਰਾਊਂਡ ਸੀਗਾ ਇਹ ਫਿਲਹਾਲ ਇੱਥੇ ਹੀ ਸਾਨੂੰ ਖਤਮ ਕਰਨਾ ਪੈ ਰਿਹਾ। ਇਸ ਡਿਬੇਟ ਦੀ ਕਲੋਜ਼ਿੰਗ ਦੇ ਵਿੱਚ ਤੁਸੀਂ 1 ਮਿੰਟ ਦੇ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕਹਿ ਸਕਦੇ ਹੋ। ਰਵੀ ਕਾਲੋ ਜੀ, ਕੀ ਕਹਿਣਾ ਚਾਹੋਗੇ? ਮੈਂ ਸਾਰਿਆਂ ਤੁਹਾਡੇ ਵਿਊਅਰਸ ਨੂੰ ਕਹਿਣਾ ਚਾਹੁੰਦਾ, ਦੇਖੋ ਲਾਸਟ 3 ਇਅਰਸ ਬਹੁਤ ਹੀ ਆਨਰ ਸੀ ਆਪਣੇ ਕਮਿਊਨਿਟੀ ਨੂੰ ਸਰਵ ਕਰਨ ਲਈ। ਮੈਂ ਆਲਰੇਡੀ ਦੱਸ ਰਿਹਾ ਵੀ ਜਿਹੜੀਆਂ ਚੀਜ਼ਾਂ ਅਸੀਂ ਅਚੀਵ ਕਰ ਸਕੇ ਇਕੱਠੇ ਹੋ ਕੇ। ਮੈਂ ਇਹ ਨਹੀਂ ਦੱਸ ਸਕਿਆ ਵੀ ਜਿਹੜੇ ਹਿਊਮਨ ਰਾਈਟਸ ਆ ਕਿੰਨੇ ਇੰਪੋਰਟੈਂਟ ਇਸ਼ੂਜ਼ ਆ, ਜਿੰਨੇ ਇਸ਼ੂ ਸਾਡੇ ਕਮਿਊਨਿਟੀ ਵਿੱਚ ਸੀ ਹਿਊਮਨ ਰਾਈਟਸ ਰਿਲੇਟਡ ਮੈਂ ਰੇਜ਼ ਕੀਤੇ ਆ। ਹਿਊਮਨ ਰਾਈਟਸ ਕਮਿਸ਼ਨ ਜਿਹੜੀ BC ਵਾਪਸ ਆਈ ਆ, ਮੇਰੀ ਰਿਪੋਰਟ ਤੋਂ ਬਿਲਡ ਹੋਏ ਆ। ਸੋ ਜਿਹੜੀਆਂ ਚੀਜ਼ਾਂ, ਜਿਹੜੀਆਂ ਸਰਵਿਸਿਜ਼ ਸਾਡੀ ਕਮਿਊਨਿਟੀ 'ਚ ਰਿਕੁਐਸਟ ਹੋਈਆਂ, $8.7 million ਟਰੈਕ, ਜਿਹੜੇ ਸਾਡੇ ਸਕੂਲ ਹੁਣ ਸਾਰੇ ਸਾਈਜ਼ਮਿਕਲੀ ਅਪਗ੍ਰੇਡ ਹੋ ਗਏ, ਸੋ ਸਾਡੇ ਬੱਚੇ ਸੇਫਲੀ ਪੜ੍ਹਾਈ ਕਰ ਸਕਦੇ ਆ। ਜਿਹੜੇ ਪਲੇਗਰਾਊਂਡਸ ਅਸੀਂ ਬਣਾਈਆਂ, ਜਿਹੜੇ ਅਸੀਂ ਕਵਰਡ ਬੈਂਚਸ ਸਾਡੇ ਸੀਨੀਅਰਸ ਲਈ ਬਣਾਏ ਆ, $250 million ਦਾ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜਾ ਅਸੀਂ ਕਰ ਰਹੇ ਹਾਂ। ਜਿੰਨੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਇਹ ਸਾਰੇ ਸਾਡੀ ਕਮਿਊਨਿਟੀ ਲਈ ਬੈਟਰ ਆ। ਤੇ ਐਂਡ ਆਫ ਦ ਡੇ ਮੈਨੂੰ ਪਤਾ ਮੋਸਟ ਪੀਪਲ ਦੇ ਮਾਈਂਡ ਵਿੱਚ ਇਹ ਆ ਵੀ ਅਸੀਂ ਕੋਵਿਡ ਵਿੱਚ ਸੇਫ ਰਹੀਏ, ਸਾਡੀ ਸੋਸਾਇਟੀ ਸੇਫ ਰਹੀ ਹੈ, ਤੇ ਅਸੀਂ ਸਲੋਲੀ ਆਪਣੀ ਇਕਨੋਮੀ ਓਪਨ ਕਰ ਸਕੀਏ। ਤੇ ਅਸੀਂ BC ਵਿੱਚ ਸਾਰੀ ਦੁਨੀਆ ਵਿੱਚ ਅਸੀਂ ਲੀਡ ਕਰ ਰਹੇ ਹਾਂ। ਸਾਰਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ, ਮੈਂ ਵੀ ਪ੍ਰਾਊਡ ਹਾਂ। ਤੇ ਤੁਹਾਡਾ ਬਹੁਤ ਥੈਂਕ ਯੂ ਸਾਡੇ ਚੈਨਲ ਪੰਜਾਬੀ ਦਾ। ਜੱਟ ਸੋਨਰ ਜੀ, ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਹਾਂਜੀ, ਮੈਂ ਇਹ ਕਹੂੰਗਾ ਵੀ ਆਪਣੇ ਸਾਰੇ ਜਾਣੇ ਸੁਣਦੇ ਆ, ਤੁਸੀਂ ਲਿਸਨ ਕਰੋ ਤਾਂ ਵੋਟ ਕਰੋ, ਜਾ ਕੇ BC ਲਿਬਰਲ ਨੂੰ ਵੋਟ ਕਰੋ ਕਰਕੇ। ਮੇਰਾ ਸੁਭਾਅ ਇਹ ਆ ਵੀ ਆਪਣੇ ਜਿੱਥੇ ਵੀ ਮੈਂ ਰਹਿੰਦਾ ਆ ਉਹ ਆਪਣਾ ਏਰੀਆ ਨਾਲੇ ਡੈਲਟਾ ਨੋਰਥ ਤੋਂ ਮੇਰਾ ਫੋਕਸ ਹੋਗਾ, ਪਰ ਆਪਣੀ ਸਾਰੇ ਲੋਅਰ ਮੇਨਲੈਂਡ ਵਿੱਚ ਸਾਰੇ BC ਵਿੱਚ ਵੀ ਆਪਾਂ ਅਫੈਕਟ ਕਰ ਸਕਦੇ ਹਾਂ ਪਾਲਿਸੀ, ਤਾਂ ਮੈਂ ਜ਼ਰੂਰ ਕਰੂੰਗਾ। ਇਹਦੀ ਇਲੈਕਸ਼ਨ ਕਾਲ ਕਰਤੀ, ਇਹਦਾ ਕੋਈ ਫਾਇਦਾ ਨਹੀਂ ਸੀਗਾ, ਇਹਦਾ ਕੋਈ ਇਹ ਨਹੀਂ ਆਪਣੇ ਨਿਆਣਿਆਂ ਦੀ ਸੇਫਟੀ ਵਿੱਚ ਜੈਪਰਡਾਈਜ਼ ਕੀਤੀ, ਆਪਣੀਆਂ ਲੋਕਾਂ ਨੂੰ ਜੌਬਸ ਦੀ ਫਿਕਰ ਆ, ਆਪਣੀ ਹੈਲਥ ਦੀ ਫਿਕਰ ਆ, ਤਾਂ ਆਪਣੇ ਸੀਨੀਅਰਸ ਨੂੰ ਫਿਕਰ ਆ, ਇਹਨਾਂ ਨੂੰ ਕੋਈ ਫਿਕਰ ਨਹੀਂ ਸੀਗਾ। ਇਹਨੇ ਤਾਂ ਆਪਣੀ ਸੈਲਫਿਸ਼ ਕੀਤੀ ਵੀ ਅਸੀਂ ਕਰਨੀ ਆ ਇਲੈਕਸ਼ਨ। ਇਹਦੇ ਵਿੱਚ ਮੈਂ ਇਹੀ ਕਹਿੰਦਾ ਵੀ ਮੈਂ ਜਿਹੜਾ ਆਪਣੇ ਡੈਲਟਾ ਨੋਰਥ ਆਪਣੇ BC ਲਈ ਆਪਣਾ ਚੈਂਪੀਅਨ ਬਣੂਗੇ, ਇਹ ਮੇਰਾ ਰੈਪੂਟੇਸ਼ਨ ਆ, ਇਹ ਆਪਾਂ ਉਹੀ ਕੰਮ ਕਰੀ ਜਾਵਾਂਗੇ। ਇਹਨੀ ਜਿਹੜਾ ਆ ਇਹ ਨਹੀਂ ਤਾਂ ਬਸ ਤੁਹਾਡੇ ਟੈਕਸ ਉਹ ਲਾ ਲੈਣੇ ਆ, 23 ਟੈਕਸ ਲਾਇਆ ਹੀ ਨਹੀਂ ਇਹਨਾਂ ਨੂੰ। ਆਪਾਂ $3 billion ਛੱਡ ਕੇ ਗਏ ਸੀਗੇ ਜਦੋਂ ਆਪਾਂ ਇਲੈਕਸ਼ਨ ਦੇ ਇਹ ਵਿੱਚ ਆਏ ਸੀਗੇ, $3 billion ਛੱਡ ਕੇ ਗਏ। ਇਹਨੇ ਆਪਾਂ ਨੂੰ ਡੈਫਿਸਿਟ ਪਾਤਾ ਕੋਵਿਡ ਤੋਂ ਪਹਿਲਾਂ ਡੈਫਿਸਿਟ ਪਾਤਾ। ਸਾਰੇ ਜਣੇ ਖੜੇ ਹੋ ਕੇ ਵੋਟ ਪਾਓ, ਆਪਾਂ ਨੂੰ ਮੁੜ ਕੇ ਲਿਆਓ, ਤੁਸੀਂ ਆਪਣੀ ਵਧੀਆ ਬਣੇ ਹੋ ਕੇ ਸਾਰਾ ਕੁਝ। ਜੀ ਸੋ ਜੱਟ ਸੋਨਰ ਜੀ, ਬਹੁਤ ਬਹੁਤ ਸ਼ੁਕਰੀਆ ਚੈਨਲ ਪੰਜਾਬੀ ਦੀ ਡਿਬੇਟ ਦਾ ਹਿੱਸਾ ਬਣਨ ਦਾ। ਰਵੀ ਕਾਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਪਹੁੰਚੇ ਔਰ ਆਪਣੀ ਜਨਤਾ ਦੇ ਨਾਲ ਜਿਹੜੀ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ ਦੋਨਾਂ ਦਾ ਡਿਬੇਟ ਦਾ ਹਿੱਸਾ ਬਣਨ ਦਾ। ਸੋ ਕਾਫੀ ਇੰਟਰਸਟਿੰਗ ਦੇਖੀ ਜਾ ਰਹੀ ਸੀ ਇਹ ਡਿਬੇਟ। ਨਾਰਥ ਡੈਲਟਾ ਹਲਕੇ ਦੀ ਅਸੀਂ ਗੱਲ ਕਰ ਰਹੇ ਸੀ। ਇੱਥੇ BC ਲਿਬਰਲ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਪਹੁੰਚੇ ਹੋਏ ਸੀ, BC NDP ਦੇ ਲੀਡਰ ਵੀ ਪਹੁੰਚੇ ਹੋਏ ਸੀ, ਉਮੀਦਵਾਰ ਪਹੁੰਚੇ ਹੋਏ ਸੀ। ਬੜਾ ਇੰਟਰਸਟ ਇਸ ਲਈ ਵੀ ਬਣ ਗਿਆ ਕਿਉਂਕਿ ਇੱਕ ਤਾਂ ਜਿਹੜਾ ਗਰਮਾ ਗਰਮੀ ਦੋਵਾਂ 'ਚ ਹੋ ਰਹੀ ਸੀ, ਪਰ ਫਿਰ ਵੀ ਜਿਹੜਾ ਰੁਤਬਾ ਉਹਨਾਂ ਦਾ ਹੈ, ਕਿਉਂਕਿ ਜਦੋਂ ਜੱਟ ਸੋਨਰ ਜੀ ਜਿਸ ਤਰੀਕੇ ਨਾਲ ਗੱਲ ਕਰ ਰਹੇ ਸੀ, ਤਾਂ ਕਿਉਂਕਿ ਉਹ RCMP ਦੇ ਮੈਂਬਰ ਨੇ, ਇੱਕ ਪੁਲਿਸ ਵਾਲੇ ਨੇ, ਇੱਕ ਪੁਲਿਸ ਵਾਲੇ ਦੀ ਤਰ੍ਹਾਂ ਹੀ ਜਿਹੜੇ ਨੇ ਉਹ ਗੱਲ ਕਰ ਰਹੇ ਸੀ ਕਿ ਰਵੀ ਮੈਨੂੰ ਇਹਦਾ ਜਵਾਬ ਦੇ, ਜਿਸ ਤਰੀਕੇ ਨਾਲ ਪੁਲਿਸ ਵਾਲੇ ਪੁੱਛਦੇ ਨੇ। ਸੋ ਉਹ ਰਵੀ ਕਾਲੋ ਜਿਹੜੇ ਨੇ ਉਹ ਆਲਰੇਡੀ ਇੱਕ ਖਿਡਾਰੀ ਨੇ, ਸੋ ਖਿਡਾਰੀ ਸ਼ਖਸੀਅਤ ਦੀ ਤਰ੍ਹਾਂ ਹੀ ਆਪਣੀ ਗੱਲਬਾਤ ਜਿਹੜੀ ਹੈ ਉਹ ਰੱਖ ਰਹੇ ਸੀ। ਸੋ ਕਾਫੀ ਇੰਟਰਸਟਿੰਗ ਰਹੀ ਨਾਰਥ ਡੈਲਟਾ ਹਲਕੇ ਦੀ ਗੱਲਬਾਤ ਕਰਨੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।